कि वो नहरां जिहड़ियां जिस तरह एज इट इज़ जिवें चल रहीआं सी तां चल ही रहीआं सी, पर उन्हां दे विच पॉलीथीन पा के कंक्रीट पा के उहनूं पक्कियां करके और किते ना किते मतलब जिहड़ा हैगा इस तरह की एक प्रक्रिया आरंभ कर ली जिवें मतलब पानी जिहड़ा हैगा सारे दा सारा पानी जिहड़ा हरीकिਆਂ ਤੋਂ निकलदा है ਉਹਨੂੰ ਕਿਸੇ तरीके ਨਾਲ ਸਾਰੇ ਦਾ ਸਾਰਾ ਲਿਜਾ ਕੇ ਰਾਜਸਥਾਨ ਸੁੱਟ ਦਿੱਤਾ ਜਾਵੇ, ਜਿਵੇਂ ਕਿਸੇ ਇਸ ਵਿਸ਼ੇ ਦੇ ਉੱਤੇ ਕੰਮ ਹੋ ਰਿਹਾ। ਭਾਈ ਜਿਹੜੀਆਂ ਨਹਿਰਾਂ ਦਰਿਆ ਜਿਹੜੇ ਵਗਦੇ ਨੇ ਇਹ ਕੁਦਰਤ ਨੇ ਵਗਾਏ ਕਾਹਦੇ ਵਾਸਤੇ ਨੇ? ਇੱਕ ਕੁਦਰਤੀ ਪ੍ਰਕਿਰਿਆ ਕੀ ਹੈ? ਕੀ ਉਹਨਾਂ ਰਸਤਿਆਂ ਦੇ ਵਿੱਚ ਦੁਨੀਆ ਨਹੀਂ ਵਸਦੀ? ਕੀ ਉਹਨਾਂ ਰਸਤਿਆਂ ਦੇ ਵਿੱਚ ਪੌਦੇ ਨਹੀਂ ਹੈਗੇ, ਵੈਜੀਟੇਸ਼ਨ ਨਹੀਂ ਹੈਗੀ? ਸਾਰੀ ਮਤਲਬ ਜਲ ਜੀਵਨ ਜਿਹੜਾ ਜੀਵਨ ਹੈ ਸਾਰਾ ਹਰ ਤਰ੍ਹਾਂ ਦਾ ਪੌਦੇ ਪੰਛੀ ਮਨੁੱਖ ਉਹ ਸਾਰੇ ਵਸਦੇ ਨੇ। ਸੋ ਉਹਨਾਂ ਜਗ੍ਹਾ ਦੇ ਉੱਪਰ ਉਹਦਾ ਪਾਣੀ ਦਾ ਕੁਦਰਤੀ ਤੌਰ ਤੇ ਧਰਤੀ ਦੇ ਵਿੱਚ ਰਸਣਾ ਹੋਰ ਸਾਰਾ ਕੁਝ ਇਹ ਅਹਿਮ ਹੈ, ਇਹ ਜ਼ਰੂਰੀ ਹੈ। ਇੱਕ ਇਕੋਲੋਜੀਕਲ ਬੈਲੈਂਸ ਬਣਿਆ ਰਹਿਣਾ ਇਸ ਵਾਸਤੇ ਇਹ ਬਹੁਤ ਜ਼ਰੂਰੀ ਹੈ। ਟਿੱਬਿਆਂ ਦਾ ਕੁਦਰਤ ਦੇ ਵੱਲੋਂ ਇੱਕ ਨਾ ਆਪਸੀ ਬੌਂਡ ਬਣਿਆ ਹੁੰਦਾ ਹੈ। ਤੁਸੀਂ ਦੇਖਿਆ ਸੁਣਿਆ ਹੋਣਾ ਕਈ ਵਾਰ ਕਿ ਰਾਤੋਂ ਰਾਤ ਟਿੱਬਾ ਕਹਿੰਦੇ ਇੱਥੋਂ ਚੱਕ ਕੇ ਅਗਲੀ ਥਾਂ ਤੇ ਹੋ ਜਾਂਦਾ, ਉਹ ਇੱਕ ਕੁਦਰਤੀ ਬੌਂਡ ਬਣਿਆ ਹੋਇਆ। ਰਿਸਰਚ ਇਹ ਗੱਲ ਕਹਿੰਦੀ ਹੈ, ਇਕੋਲੋਜੀ ਦੇ ਮਾਹਰਾਂ ਨੇ ਇਹ ਗੱਲਾਂ ਦੇਖੀਆਂ ਨੇ ਕਿ ਜੇਕਰ ਉਹਨਾਂ ਥਾਵਾਂ ਦੇ ਉੱਪਰ ਪਾਣੀ ਬੇਲੋੜਾ ਤੇ ਵੱਧ ਬਾਰਿਸ਼ਾਂ ਦੀ ਵਜ੍ਹਾ ਨਾਲ ਜਾਂ ਕਿਤੋਂ ਬਾਹਰੋਂ ਲਿਆ ਕੇ ਅਗਰ ਉਹ ਉੱਥੇ ਸੁੱਟਿਆ ਜਾਂਦਾ ਤਾਂ ਉਹ ਸਾਰੇ ਦੇ ਸਾਰੇ ਉਹ ਜਿਹੜੇ ਡੋਮਸ ਦਾ ਜਿਹੜਾ ਹੁੰਦਾ ਨਾ ਬੌਂਡ ਜਿਹਨੂੰ ਕਹਿੰਦੇ ਆ, ਉਹ ਉਹਨਾਂ ਦੀ ਭਾਸ਼ਾ ਹੈ ਮਤਲਬ ਇਕੋਲੋਜੀ ਦੇ ਮਾਹਰਾਂ ਦੀ, ਉਹਦੇ ਮੁਤਾਬਕ ਉਹ ਇਹ ਕਹਿੰਦੇ ਆ ਕਿ ਉਹ ਸਾਰੇ ਦਾ ਸਾਰਾ ਡਿਸਟਰਬ ਹੋ ਜਾਂਦਾ ਔਰ ਉੱਥੋਂ ਦੀ ਮਤਲਬ ਪੂਰੀ ਦੀ ਪੂਰੀ ਇਕੋਲੋਜੀ ਡਿਸਟਰਬ ਹੋ ਜਾਂਦੀ ਹੈ। ਜਿਹੜੇ ਦਰਖਤ ਉੱਥੇ ਹੁੰਦੇ ਨੇ, ਜਿਹੜੇ ਜੀਵ ਜੰਤੂ ਪੌਦੇ ਜੋ ਕੁਦਰਤ ਨੇ ਉੱਥੋਂ ਵਾਸਤੇ ਡਿਜ਼ਾਈਨ ਕੀਤੇ ਨੇ, ਉਹ ਸਾਰੇ ਉੱਥੇ ਬਦਲਨੇ ਸ਼ੁਰੂ ਹੋ ਗਏ। ਜਦੋਂ ਤੁਸੀਂ ਲਿਜਾ ਕੇ ਬਾਹਰੋਂ ਧੜਾ ਧੜ ਪਾਣੀ ਕੋਈ ਨਹਿਰਾਂ ਦਾ ਲਿਜਾ ਕੇ ਵਿੱਚ ਛੱਡਣਾ ਸ਼ੁਰੂ ਕਰ ਦਿਓਗੇ ਤਾਂ ਕੁਦਰਤੀ ਗੱਲ ਉੱਥੇ ਫਰਕ ਆਏਗਾ ਔਰ ਉਹਦੇ ਨਾਲ ਉੱਥੋਂ ਦਾ ਜਨ ਜੀਵਨ ਪ੍ਰਭਾਵਿਤ ਹੋਏਗਾ। ਹੁਣ ਨਹਿਰਾਂ ਪੱਕੀਆਂ ਕਰ ਦਿੱਤੀਆਂ, ਕੋਈ ਪੌੜੀ ਨਹੀਂ, ਕੋਈ ਕੁਛ ਨਹੀਂ, ਜੀਵ ਜੰਤੂ ਦਾ ਤਾਂ ਮੂੰਹ ਪਹਿਲਾਂ ਹੀ ਬੰਨ੍ਹਤਾ, ਕੋਈ ਮੋਗਾ ਨਹੀਂ ਦਿੱਤਾ, ਇਨਸਾਨਾਂ ਦਾ ਮੂੰਹ ਬੰਨ੍ਹਤਾ। ਹੁਣ ਰਹਿੰਦਾ ਖੁੰਦਾ ਪੋਲੀਥੀਨ ਪਾਤਾ ਤਾਂ ਤੁਸੀਂ ਵੈਜੀਟੇਸ਼ਨ ਦਾ ਮੂੰਹ ਵੀ ਬੰਨ੍ਹਤਾ। ਇੱਧਰ ਖੜਾ ਹੋਇਆ ਬੋਰਡ ਜਿਹੜਾ ਹੇਠਾਂ ਜਿਹਦੀਆਂ ਜੜ੍ਹਾਂ ਨੇ ਉਹ ਵੀ ਨਾ ਪਾਣੀ ਲੈ ਸਕੇ, ਇੱਧਰ ਖੜਾ ਪਿੱਪਲ ਉਹ ਹੇਠਾਂ ਦੀ ਐਡਾ ਮੋਟਾ ਪੋਲੀਥੀਨ ਪਾਤਾ, ਕੰਕਰੀਟੀਕਰਨ ਕਰਤਾ, ਇਹ ਵੀ ਨਾ ਪਾਣੀ ਪੀ ਸਕੇ। ਰੋਕਿਆ ਤਾਂ ਇਸੇ ਨੂੰ ਹੀ ਜਾ ਰਿਹਾ ਹੈ। ਗੁਰਬਾਣੀ ਅਖੰਡ ਬਾਣੀ ਚੈਨਲ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਸ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਮੇਰੇ ਨਾਲ ਸਹਿਯੋਗੀ ਸੁਖਵੰਤ ਸਿੰਘ ਮਖੂ ਨੇ ਤੇ ਅੱਜ ਦੇ ਸਾਡੇ ਮਹਿਮਾਨ ਡਾਕਟਰ ਹਰਿੰਦਰ ਸਿੰਘ ਜੀਰਾ ਨੇ। ਸੰਗਤ ਜੀ, ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਪਿਛਲੇ ਕਾਫੀ ਲੰਮੇ ਸਮੇਂ ਤੋਂ ਮੋਰਚੇ ਲੱਗ ਰਹੇ ਨੇ, ਧਰਨੇ ਲੱਗ ਰਹੇ ਨੇ, ਜਾਂ ਆਪਾਂ ਕਹਿ ਲਈਏ ਕਿ ਪੰਜਾਬ ਨੂੰ ਜਿਹੜੇ ਪਾਸੇ ਨੂੰ ਵਧਣਾ ਚਾਹੀਦਾ ਸੀ, ਜਿਹੜੇ ਪਾਸੇ ਨੂੰ ਪੰਜਾਬ ਦੇ ਲੋਕਾਂ ਨੂੰ ਲੜਾਈਆਂ ਲੜਨੀਆਂ ਚਾਹੀਦੀਆਂ ਸੀ, ਪੰਜਾਬ ਉੱਧਰ ਨੂੰ ਮੁੜਿਆ ਹੋਇਆ ਹੈ। ਜੇ ਆਪਾਂ ਗੱਲ ਕਰ ਲਈਏ ਪਹਿਲਾਂ ਦਿੱਲੀ ਦੇ ਵਿੱਚ ਕਿਸਾਨਾਂ ਦੀ ਜਿੱਤ ਹੋਈ ਹੈ, ਉਸ ਤੋਂ ਬਾਅਦ ਜ਼ੀਰਾ ਸ਼ਰਾਬ ਫੈਕਟਰੀ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਦਾ ਹੈ, ਉਹ ਵੀ ਲੋਕਾਂ ਨੇ, ਉਹ ਵੀ ਕਿਸਾਨਾਂ ਨੇ ਜਿੱਤ ਲਿਆ ਹੈ। ਉਸ ਤੋਂ ਬਾਅਦ ਮੋਹਾਲੀ ਦੇ ਵਿੱਚ ਇੱਕ ਮੋਰਚਾ ਲੱਗਾ ਹੋਇਆ ਤੇ ਇੱਕ ਮੋਰਚਾ ਪੰਜਾਬ ਦੇ ਵਿੱਚ ਨਵਾਂ ਲੱਗਣ ਜਾ ਰਿਹਾ। ਜਿਹੜਾ ਮੋਰਚਾ ਨਵਾਂ ਲੱਗਣ ਜਾ ਰਿਹਾ ਉਹ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੋਰਚਾ ਪੰਜਾਬ ਦੇ ਵਿੱਚ ਜੇ ਆਪਾਂ ਕਹਿ ਲਈਏ ਘੱਲ ਖੁਰਦ ਦੇ ਵਿੱਚ ਲੱਗਣ ਜਾ ਰਿਹਾ। ਹਰੀਕੇ ਪੱਤਣ ਤੋਂ ਦੋ ਨਹਿਰਾਂ ਨਿਕਲਦੀਆਂ ਨੇ, ਇੱਕ ਨਹਿਰ ਪੰਜਾਬ ਫੀਡ ਰਿਹਾ ਤੇ ਇੱਕ ਨਹਿਰ ਰਾਜਸਥਾਨ ਫੀਡ ਰਿਹਾ। ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਪਿਛਲੇ ਬਜਟ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ 700 ਤੋਂ ਲੈ ਕੇ 800 ਕਰੋੜ 730 ਕਰੋੜ ਰੁਪਈਆ ਰੱਖ ਲਿਆ ਗਿਆ ਸੀਗਾ ਇਹਨਾਂ ਨਹਿਰਾਂ ਦਾ ਕੰਕਰੀਟੀਕਰਨ ਨੂੰ ਲੈ ਕੇ। ਜੇ ਆਪਾਂ ਕਹਿ ਲਈਏ ਕਿ ਕੁਝ ਹੱਦ ਤੱਕ ਕੰਕਰੀਟੀਕਰਨ ਹੋ ਵੀ ਚੁੱਕਾ ਹੈ, ਮੁਕਤਸਰ ਤੱਕ ਕੰਕਰੀਟੀਕਰਨ ਜਿਹੜਾ ਹੈਗਾ ਹੋ ਚੁੱਕਾ ਹੈ, ਪਰ ਮੁਕਤਸਰ ਤੋਂ ਲੈ ਕੇ ਹਰੀਕੇ ਪੱਤਣ ਤੱਕ ਦਾ ਜਿਹੜਾ ਕੰਕਰੀਟੀਕਰਨ ਹੋਣਾ ਉਹ ਹਜੇ ਬਾਕੀ ਸੀ। ਪਿਛਲੇ ਦਿਨੀ ਮੱਤੇਵਾੜਾ ਦੇ ਵਿੱਚ ਵੀ ਇੱਕ ਲੜਾਈ ਦਾ ਜਿਹੜਾ ਪੰਜਾਬ ਦੇ ਲੋਕ ਸੰਘਰਸ਼ ਕਰਦੇ ਨੇ ਆਗਾਜ਼ ਹੁੰਦਾ ਹੈ, ਤਾਂ ਉਸ ਤੋਂ ਐਨ ਇੱਕ ਦਿਨ ਪਹਿਲਾਂ ਇੱਕ ਜਿਹੜਾ ਇਕੱਤਰਤਾ ਰੱਖੀ ਜਾਂਦੀ ਹੈ, ਇੱਕ ਦਿਨ ਪਹਿਲਾਂ ਪੰਜਾਬ ਦੇ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹਨਾਂ ਦੇ ਨਾਲ ਮੀਟਿੰਗ ਹੁੰਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ। ਉਸ ਮੀਟਿੰਗ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਜਿਹੜਾ ਨਹਿਰਾਂ ਦਾ ਕੰਕਰੀਟੀਕਰਨ ਆ ਉਹ ਨਹੀਂ ਕਰਾਂਗੇ, ਪਰ ਹੁਣ ਜਿਹੜੀ ਸਰਕਾਰ ਦੇ ਵੱਲੋਂ ਤਿਆਰੀ ਕਰ ਲਈ ਗਈ ਹੈ, ਮਾਰਚ ਜਾਂ ਅਪ੍ਰੈਲ ਦੇ ਵਿੱਚ ਜਿਹੜਾ ਉੱਥੇ ਬੰਦੀ ਹੋਵੇਗੀ ਨਹਿਰ ਦੀ ਤੇ ਉਸ ਤੋਂ ਬਾਅਦ ਕੰਕਰੀਟੀਕਰਨ ਹੋਵੇਗਾ। ਪਰ ਪੰਜਾਬ ਦੇ ਜਿਹੜੇ ਹਿਤੈਸ਼ੀ ਨੇ, ਜਿਹੜੇ ਵਾਤਾਵਰਨ ਪ੍ਰੇਮੀ ਨੇ, ਉਹਨਾਂ ਨੇ ਵੀ ਕਮਰ ਕੱਸੇ ਕੱਸ ਲਿਆ। ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਕੰਕਰੀਟੀਕਰਨ ਕਿਸੇ ਵੀ ਹਾਲ ਦੇ ਵਿੱਚ ਹੋਣ ਨਹੀਂ ਦੇਵਾਂਗੇ ਤੇ ਉਹਦੇ ਲਈ ਇੱਕ ਮੋਰਚੇ ਦਾ ਜਿਹੜਾ ਆਗਾਜ਼ ਆ ਉਹ ਕਰ ਦਿੱਤਾ ਗਿਆ। ਡਾਕਟਰ ਸਾਹਿਬ ਉਸ ਮੋਰਚੇ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ।
ਗੱਲਬਾਤ ਕਰਾਂਗੇ, ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ ਗੁਰਬਾਣੀ ਖੰਡ ਬਾਣੀ ਚੈਨਲ। ਮਿਹਰਬਾਨੀ। ਮੋਰਚਾ ਇੱਕ ਤਾਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਲੱਗਾ, ਇੱਕ ਬਾਈਬਲ ਲੱਗਾ ਹੋਇਆ। ਇਹ ਮੋਰਚਾ ਲਾਉਣਾ ਇੰਨਾ ਅਹਿਮ ਕਿਉਂ ਹੈ? 2 ਮੋਰਚੇ ਤਾਂ ਪਹਿਲਾਂ ਆਲਰੇਡੀ ਚੱਲ ਰਹੇ ਆ, ਪਰ ਤੀਸਰਾ ਮੋਰਚਾ ਇਹ ਵੀ ਵਿੱਚ ਸ਼ਿਫਟ ਕਰ ਦੇਣਾ ਕਿੰਨਾ ਕੁ ਜ਼ਰੂਰੀ ਹੈ? ਲੋੜ ਪੈ ਗਈ ਵੀ ਮੋਰਚਾ ਇਹ ਵੀ ਹੁਣ ਲਾਏ ਬਿਨਾਂ ਸਰਦਾ ਨਹੀਂ ਹੈ, ਇਹ ਮੋਰਚੇ ਨੂੰ ਲਾਉਣਾ ਪੈਣਾ, ਕਿੰਨਾ ਕੁ ਜ਼ਰੂਰੀ ਹੈ ਜੀ? ਸੁਖਵੰਤ ਜੀ, ਇਸ ਤਰ੍ਹਾਂ ਹੈ ਕਿ ਜਿੱਥੋਂ ਤੱਕ ਤਾਂ ਇਸ ਮੁੱਦੇ ਦੀ ਅਹਿਮੀਅਤ ਦਾ ਸਵਾਲ ਹੈ ਜੀ, ਉਹ ਤਾਂ ਇਹ ਹੈਗਾ ਕਿ ਮੁੱਦਾ ਇਹ ਬਹੁਤ ਅਹਿਮ ਹੈ। ਜਿਸ ਤਰੀਕੇ ਨਾਲ ਪੰਜਾਬ, ਜਦੋਂ ਆਪਾਂ ਵਾਰ-ਵਾਰ ਗੱਲ ਕਰਦੇ ਹਾਂ, ਚਾਹੇ ਜਿਹੜਾ ਮਤਲਬ ਹੋਣ ਵਾਲਾ ਪੰਜਾਬ ਕਹਿ ਲਈਏ ਜਾਂ ਪਹਿਲਾਂ ਪੁਰਾਣਾ ਪੰਜਾਬ, ਮਹਾਂ ਪੰਜਾਬ ਕਹਿ ਲਈਏ, ਤਾਂ ਜਿਸ ਤਰ੍ਹਾਂ ਇਹਦੇ ਨਾਮ ਤੋਂ ਹੀ ਹੈਗਾ ਕਿ 5 ਦਰਿਆਵਾਂ ਦੀ ਧਰਤੀ ਹੈ। ਮਤਲਬ ਪੂਰਾ ਜਿਹੜਾ ਹੈਗਾ ਮਤਲਬ ਇੱਕ ਹਿਮਾਲੀਅਨ ਫੁੱਟ ਹਿਲਸ ਦੇ ਵਿੱਚ ਇੱਕ ਮੈਦਾਨੀ ਇਲਾਕਾ ਹੈ, ਔਰ ਇਹਦੇ ਵਿੱਚ ਪਾਣੀ ਦੀ ਜਿਹੜੀ ਹੈ, ਪਾਣੀ ਜਿਹੜਾ ਕਿ ਮਤਲਬ ਜੇ ਆਪਾਂ ਗੱਲ ਕਰਦੇ ਹਾਂ ਤਾਂ ਚਾਹੇ ਸਾਰੇ ਮਸਲਿਆਂ ਦੇ ਵਿੱਚ ਹੀ ਪਾਣੀ ਦੀ ਗੱਲ ਤਾਂ ਆਉਂਦੀ ਹੈ, ਚਾਹੇ ਪਾਣੀ ਦੇ ਪ੍ਰਦੂਸ਼ਣ ਦੀ ਗੱਲ ਕਰ ਲਈਏ ਜਾਂ ਪਾਣੀ ਨੂੰ ਵਰਤੋਂ ਵਾਸਤੇ ਵਰਤੋਂ ਯੋਗ ਰੱਖਣਾ ਕਿਹੜੇ ਥਾਵਾਂ ਦੇ ਉੱਤੇ, ਕਿਉਂਕਿ ਮਨੁੱਖ ਦੀ ਜ਼ਿੰਦਗੀ ਦੇ ਨਾਲ ਪਾਣੀ ਦਾ ਤਾਂ ਬਹੁਤ ਵੱਡਾ ਅਹਿਮ ਸੰਬੰਧ ਹੈਗਾ ਹੀ ਹੈਗਾ। ਸੋ ਇਸ ਕਰਕੇ ਜਿਹੜੀ ਇਹਦੀ ਪਾਣੀ ਦੀ ਡਿਸਟ੍ਰੀਬਿਊਸ਼ਨ ਜਾਂ ਜਿਹੜੀ ਵੰਡ ਵੰਡਾਈ ਜਿਹੜੀ ਸੀਗੀ, ਉਹ ਮਤਲਬ ਜਿਹੜਾ ਹੈਗਾ ਉਹਦੇ ਸੰਬੰਧ ਦੇ ਵਿੱਚ ਜਿੱਥੋਂ ਤੱਕ ਮਤਲਬ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਗਲਤ ਜੋ ਕੁਛ ਹੋਇਆ, ਉਹਦਾ ਪ੍ਰਭਾਵ ਹੌਲੀ ਪੂਰੇ ਪੰਜਾਬ ਦੇ ਵਿੱਚ ਮਤਲਬ, ਕਿਉਂਕਿ ਜਿਹੜੇ ਪਿਛਲੇ ਲੰਬੇ ਸਮਾਂ ਪਹਿਲਾਂ ਲਏ ਗਏ ਫੈਸਲੇ ਹੈ, ਜਿਨ੍ਹਾਂ ਦੇ ਵਿੱਚ ਸਭ ਤੋਂ ਅਹਿਮ ਫੈਸਲਾ ਜਿਹੜਾ ਹੈਗਾ ਉਹ ਰਾਜਸਥਾਨ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਕ ਜਿਹੜੀ ਇੰਦਰਾ ਕਨਾਲ, ਰਾਜਸਥਾਨ ਕਨਾਲ ਜਿਹੜੀ ਆਪਾਂ ਕਹਿੰਦੇ ਹਾਂ, ਜਿਹੜੀ ਹਰੀਕੇ ਪੱਤਨ ਤੋਂ 2 ਨਹਿਰਾਂ ਨਿਕਲਦੀਆਂ, ਉਹਦੇ ਵਿੱਚ ਉਹ ਬਿਨਾਂ ਰੋਕ ਟੋਕ ਕਿਤੇ ਵੀ ਰਸਤੇ ਦੇ ਵਿੱਚ ਮਤਲਬ ਉਹਦੀ ਉਸ ਪਾਣੀ ਦਾ ਕੋਈ ਹਿੱਸਾ ਵਰਤਿਆ ਨਹੀਂ ਜਾਂਦਾ, ਔਰ ਉਹ ਸਿੱਧਾ ਲਿਜਾ ਕੇ ਉੱਥੇ ਦਿੱਤਾ ਗਿਆ। ਸੋ ਇਸੇ ਤਰੀਕੇ ਦੇ ਨਾਲ ਹੋਰ ਜਿਸ ਤਰ੍ਹਾਂ SYL ਦੇ ਰਾਹੀਂ ਪਾਣੀ ਹਰਿਆਣਾ ਦੇ ਵਿੱਚ ਜਾਂਦਾ ਹੈ, ਭਾਖੜਾ ਦਾ ਜਾਂਦਾ ਹੈ, ਜਾਂ ਹੋਰ ਮਤਲਬ ਜਿਹੜਾ ਜਿੱਥੇ ਕਿਤੇ ਵਰਤੋਂ ਦੇ ਵਾਸਤੇ ਦਿੱਲੀ ਨੂੰ ਪਾਣੀ ਜਾਂਦਾ ਹੈਗਾ। ਹੁਣ ਇਹ ਪਾਣੀ ਦੀ ਜਿਹੜੀ ਹੈਗੀ ਹੈ ਨਾ ਸਥਿਤੀ ਪੰਜਾਬ ਦੀ, ਉਹ ਇਹ ਹੈਗੀ ਹੈ ਕਿ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਇਹ ਦੇਖਣੀ ਪਊਗੀ ਕਿ ਪਿਛਲੇ 25-30 ਸਾਲਾਂ ਦੇ ਵਿੱਚ, ਖਾਸ ਤੌਰ ਤੇ ਓਵਰਆਲ 50 ਸਾਲਾਂ ਦੇ ਵਿੱਚ ਹੀ, ਕਿ 50-60 ਲੱਖ ਟਿਊਬਵੈੱਲ ਜਿਹੜਾ ਹੈਗਾ ਉਹ ਪੰਜਾਬ ਦੀ ਧਰਤੀ ਕਿੱਲੇ ਤੋਂ 4-4 ਕਨਾਲਾਂ ਬਾਅਦ 200-200 ਫੁੱਟ ਤੋਂ 150-150 ਫੁੱਟ ਤੋਂ ਪਾੜੀ ਪਈ ਹੈਗੀ ਹੈ, ਔਰ ਉਹਦੀ ਡੂੰਘਾਈ 25-30 ਫੁੱਟ ਤੋਂ ਸ਼ੁਰੂ ਹੋ ਕੇ 500-700 ਫੁੱਟ ਤੱਕ ਚਲੀ ਗਈ ਹੈ। ਜਿਸ ਏਰੀਏ ਦੇ ਵਿੱਚ ਇਲਾਕੇ 'ਚ ਆਪਾਂ ਬੈਠੇ ਹਾਂ, ਜੇ ਆਪਣੇ ਖੱਬੇ ਸੱਜੇ ਅੱਗੇ ਪਿੱਛੇ ਕਿਸੇ ਪਾਸੇ ਨੂੰ ਵੀ ਤੁਸੀਂ 1 ਕਿਲੋਮੀਟਰ ਦਾ ਡਿਸਟੈਂਸ ਕਵਰ ਕਰ ਲਓ ਤਾਂ 1 ਕਿਲੋਮੀਟਰ ਦੇ ਵਿੱਚ ਜਾਂਦਿਆਂ ਤੁਹਾਨੂੰ 10 ਤੋਂ ਲੈ ਕੇ 20 ਟਿਊਬਵੈੱਲ ਮਿਲ ਜਾਣਗੇ, ਜਿਨ੍ਹਾਂ ਨੂੰ ਅੱਜ ਘੱਟੋ ਘੱਟ 20 ਹਾਰਸ ਪਾਵਰ ਦੀ ਮੋਟਰ ਦੇ ਨਾਲ 500 ਤੋਂ ਲੈ ਕੇ 700 ਫੁੱਟ ਤੋਂ ਪਾਣੀ ਕੱਢਿਆ ਜਾ ਰਿਹਾ ਹੈ। ਸੋ ਇਹ ਇੱਕ ਸਵਾਲ ਹੈ ਕਿ ਜੇਕਰ ਇਸ ਕੁਦਰਤ ਦੀ ਵਰੋਸਾਈ ਹੋਈ ਧਰਤੀ, ਜਿਹਦਾ ਨਾਮ ਵੀ ਪਾਣੀਆਂ ਦੇ ਨਾਮ ਤੇ ਹੋਵੇ, ਠੀਕ ਹੈ, ਉਹਦੀ ਮਤਲਬ ਉਹਦਾ ਸ਼ਿੰਗਾਰ ਹੋਣ 5 ਦਰਿਆ, ਕਿਸੇ ਪਾਸੇ ਨੂੰ 50 ਕਿਲੋਮੀਟਰ ਤੁਸੀਂ ਜਾਓ ਤਾਂ ਤੁਸੀਂ ਇੱਕ ਦਰਿਆ ਦਾ ਮਤਲਬ ਜਿਹੜਾ ਹੈਗਾ ਉਹ ਪੁਲ ਕ੍ਰੋਸ ਕਰਦੇ ਹੋ ਜੀ, ਠੀਕ ਹੈ। ਸੋ ਉਸ ਤੋਂ ਬਾਅਦ ਨਹਿਰਾਂ ਦਾ ਇੱਕ ਮਤਲਬ ਜਿਹੜਾ ਹੈਗਾ, ਈਵਨ ਅੰਗਰੇਜ਼ਾਂ ਦੇ ਟਾਈਮ ਤੋਂ ਨਹਿਰਾਂ ਦਾ ਜਾਲ ਵਿਛਣਾ ਸ਼ੁਰੂ ਹੋ ਗਿਆ ਸੀਗਾ, ਔਰ ਉਸ ਤੋਂ ਬਾਅਦ ਚਲੋ ਕੁਝ ਹੋਇਆ, ਇੰਪਰੂਵਮੈਂਟ ਹੋਈ ਜਾਂ ਨਾ ਹੋਈ। ਸੋ ਇਹ ਮਤਲਬ ਜਿਹੜਾ ਹੈਗਾ ਇਹ ਇੱਕ ਨਾ ਬੜਾ ਵੱਡਾ ਸਵਾਲ ਹੈ, ਔਰ ਪੂਰੀ ਦੁਨੀਆ ਦੇ ਅੱਗੇ ਸਾਡੇ ਪ੍ਰਬੰਧ ਦੀ ਤਸਵੀਰ ਇੱਕ ਕਿਸੇ ਯੋਗ ਤਰੀਕੇ ਨਾਲ, ਵਧੀਆ ਤਰੀਕੇ ਦੇ ਨਾਲ ਰੱਖਣ ਦੀ ਇੱਕ ਬੜੀ ਵੱਡੀ ਲੋੜ ਹੈ ਕਿ ਕੀ ਮਤਲਬ ਜਿਹੜੀ ਇਹੋ ਜਿਹੀ ਧਰਤੀ ਆ ਜਿਸ ਦੇ ਉੱਤੇ 5 ਦਰਿਆ ਵਗ ਰਹੇ ਹੋਣ, 70 ਸਾਲ ਉਸ ਧਰਤੀ ਨੂੰ ਆਜ਼ਾਦ ਹੋਇਆਂ ਵੀ ਹੋ ਗਏ ਹੋਣ, ਮਤਲਬ ਸੰਵਿਧਾਨਕ ਢੰਗ ਦੇ ਨਾਲ ਉੱਥੇ ਸਰਕਾਰਾਂ ਚੁਣੀਆਂ ਜਾਂਦੀਆਂ ਹੋਣ, ਉਸ ਖਿੱਤੇ ਦੇ ਵਿੱਚੋਂ ਪੈਦਾ ਕੀਤਾ ਹੋਇਆ ਅਨਾਜ ਪੂਰੇ ਮੁਲਕ ਦੇ ਵਿੱਚ ਬੜੀ ਵੱਡੀ ਸ਼ਿੱਦਤ ਦੇ ਨਾਲ ਉਡੀਕਿਆ ਜਾਂਦਾ ਹੋਵੇ, ਪੂਰੇ ਮੁਲਕ ਨੂੰ ਮਤਲਬ ਅਨਾਜ ਦੇ ਤੌਰ ਤੇ ਮਤਲਬ ਆਤਮ ਨਿਰਭਰ ਕਰ ਰਿਹਾ ਹੋਵੇ ਉਹ ਖਿੱਤਾ,
ਔਰ ਉਹਦੇ ਵਿੱਚ ਚਲਦਿਆਂ ਉਹਦੀ ਜ਼ਮੀਨ ਦੀ ਸਿਹਤ ਵਿਗੜਦੀ ਹੈ, ਇਹ ਇੱਕ ਅਲੱਗ ਵਿਸ਼ਾ ਹੈ। ਉਹਦੀ ਆਬੋ ਹਵਾ ਵਿਗੜਦੀ ਹੈ, ਇੱਕ ਅਲੱਗ ਵਿਸ਼ਾ ਹੈ। ਪਰ ਉਹਦਾ ਜਿਹੜਾ ਕੁਦਰਤ ਨੇ ਦਿੱਤਾ ਹੋਇਆ ਖਜ਼ਾਨਾ ਜਿਹੜਾ ਪਾਣੀ ਹੈ, ਉਸ ਪਾਣੀ ਨੂੰ ਵਰਤਣ ਵਾਸਤੇ ਉੱਥੇ ਦਾ ਕਿਸਾਨ ਜਿਹੜਾ ਹੈਗਾ ਉਹ ਤਾਂ 500 ਫੁੱਟ ਤੋਂ ਲੈ ਕੇ 700 ਫੁੱਟ ਤੱਕ ਥੱਲੇ ਨੂੰ ਜਾ ਰਿਹਾ ਹੋਵੇ ਔਰ ਮਤਲਬ ਐਡੀ ਵੱਡੀ એનર્ਜੀ ਜਿਹੜੀ ਹੈ, ਕਿਉਂਕਿ ਜਿਹੜੀ ਪਾਵਰ ਦੀ ਵਰਤੋਂ ਕਰਦੇ ਆ ਨਾ ਥੱਲਿਓਂ ਪਾਣੀ ਕੱਢਣ ਵਾਸਤੇ, ਅਸੀਂ ਚਾਹੇ ਅਸੀਂ 20 ਫੁੱਟ ਤੋਂ ਪਾਣੀ ਕੱਢੀਏ ਔਰ ਚਾਹੇ 500 ਫੁੱਟ ਤੋਂ ਕੱਢੀਏ, ਜਿੰਨਾ ਡੂੰਘਾ ਪਾਣੀ ਥੱਲਿਓਂ ਕੱਢਣਾ ਉਨੀ ਵੱਧ ਪਾਵਰ ਦੀ ਲੋੜ ਪੈਣੀ ਹੈਗੀ ਆ। ਸੋ ਉਹਦੇ ਵਾਸਤੇ ਤਾਂ ਅਸੀਂ ਐਡੀ ਵੱਡੀ એનર્ਜੀ ਵੇਸਟ ਕਰ ਰਹੇ ਹੋਈਏ। ਔਰ ਜਿਹੜਾ ਇਹਦੇ ਉੱਪਰੋਂ ਦੀ ਵਗਦੀਆਂ ਹੋਈਆਂ ਨਹਿਰਾਂ, ਦਰਿਆਵਾਂ ਟਾਈਪ ਨਹਿਰਾਂ, ਉਹ ਜਿਹੜੀਆਂ ਹੈਗੀਆਂ ਉਹ ਇੱਥੋਂ ਦੀ ਅੱਗੇ ਨਿਕਲ ਜਾਣ ਔਰ ਇੱਥੇ ਮਤਲਬ ਜਿਹੜਾ ਹੈਗਾ ਉਹਨਾਂ ਦਾ ਕੋਈ ਪਾਣੀ ਦੀ ਵਰਤੋਂ ਦਾ ਅਧਿਕਾਰ ਨਾ ਹੋਵੇ ਔਰ ਉਹ ਜਾ ਕੇ ਰਾਜਸਥਾਨ ਦੇ ਵਿੱਚ, ਹਰਿਆਣੇ ਦੇ ਵਿੱਚ, ਦਿੱਲੀ ਦੇ ਵਿੱਚ, ਮਤਲਬ ਸਾਡੀਆਂ ਸਰਾਊਂਡਿੰਗ ਸਟੇਟਸ ਦੇ ਵਿੱਚ ਉਹ ਪਾਣੀ ਜਾ ਰਿਹਾ ਹੋਵੇ। ਸੋ ਇੱਕ ਤਾਂ ਇਹ ਤਸਵੀਰ ਜਿਹੜੀ ਹੈ, ਇਹ ਤਸਵੀਰ ਪੂਰੀ ਦੁਨੀਆ ਦੇ ਸਾਹਮਣੇ ਰੱਖਣੀ ਬਹੁਤ ਜ਼ਰੂਰੀ ਹੈ। ਇਹ ਬਹੁਤ ਅਹਿਮ ਹੈ ਔਰ ਹੋ ਸਕਦਾ ਹੈ ਕਿ ਕਿਸੇ ਵੇਲੇ ਜਿਨ੍ਹਾਂ ਵੇਲਿਆਂ ਤੇ ਇਹ ਚੀਜ਼ਾਂ ਹੋਈਆਂ ਨੇ ਉਹਨਾਂ ਵੇਲਿਆਂ ਤੇ ਕੁਛ ਨਾ ਕੁਛ ਕਿਸੇ ਗੱਲੋਂ ਇਹਨਾਂ ਨੂੰ ਕੋਈ ਵਾਜਬ ਵੀ ਠਹਿਰਾਇਆ ਜਾ ਸਕਦਾ ਹੋਵੇ। ਪਰ ਕੀ 50 ਸਾਲ ਬਾਅਦ ਅੱਜ ਦੀ ਸਥਿਤੀ ਜਿਹੜੀ ਹੈਗੀ ਹੈ, ਕਿ ਅੱਜ ਦੇ ਇਸ ਮਾਹੌਲ ਦੇ ਵਿੱਚ ਇੱਥੇ ਵਸ ਰਹੇ ਲੋਕਾਂ ਨੂੰ, ਜਿਹੜੇ ਲੋਕ ਖੇਤੀ ਕਰਦੇ ਨੇ ਔਰ ਜਿਹੜੇ ਉਹ ਮਤਲਬ ਇੱਕ ਟਿਊਬਵੈਲ ਜਿਹੜਾ ਹੈਗਾ ਉਹ 5 ਤੋਂ 7 ਏਕੜ ਦੇ ਮਗਰ ਇੱਕ ਟਿਊਬਵੈਲ ਆ ਰਿਹਾ ਹੈ ਪੰਜਾਬ ਦੇ ਵਿੱਚ ਔਰ ਉਸ ਟਿਊਬਵੈਲ ਦਾ ਉਹਦਾ ਮੇਨਟੇਨੈਂਸ ਖਰਚਾ, ਉਹ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਉਹ ਪਾਣੀ ਕੱਢਣ ਦਾ ਖਰਚਾ, ਔਰ ਇਹ ਦੂਸਰੇ ਪਾਸੇ ਮਤਲਬ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਵਗ ਰਹੀਆਂ ਨਹਿਰਾਂ ਔਰ ਉਹਨਾਂ ਦੇ ਵਿੱਚੋਂ ਪਾਣੀ ਕਿੰਨਾ ਕੁ ਇੱਥੇ ਵਰਤਿਆ ਜਾਂਦਾ, ਕਿੰਨਾ ਕੁ ਪੰਜਾਬ ਦੇ ਵਾਸਤੇ ਵਰਤਿਆ ਜਾਂਦਾ ਔਰ ਕਿੰਨਾ ਕੁ ਅੱਗੇ ਜਾ ਰਿਹਾ ਹੈ ਔਰ ਕਿੰਨੀ એનર્ਜੀ ਲਾ ਕੇ ਅਸੀਂ ਥੱਲਿਓਂ ਕੱਢ ਰਹੇ ਹਾਂ। ਔਰ ਅਜੇ ਇਸ ਤੋਂ ਅਗਲਾ ਸਵਾਲ ਹੈਗਾ ਕਿ ਕੀ ਪਾਣੀ ਥੱਲਿਓਂ ਕੱਢਣਾ ਪੂਰੀ ਮਨੁੱਖਤਾ ਦੇ ਵਾਸਤੇ, ਪੂਰੀ ਮਤਲਬ ਸਾਡੀ ਇੱਥੋਂ ਦੀ ਇਸ ਸੱਭਿਅਤਾ ਦੇ ਵਾਸਤੇ ਕੀ ਇਹ ਵਾਜਬ ਹੈ ਕਿ ਨਹੀਂ ਵਾਜਬ? ਇਹ ਸਾਰੇ ਸਵਾਲ ਨੇ ਔਰ ਇਹਨਾਂ ਸਵਾਲਾਂ ਨੂੰ ਜੇਕਰ ਅਸੀਂ ਮਤਲਬ ਵੈਸੇ ਤਾਂ ਕਾਫੀ ਪਹਿਲਾਂ ਸਾਨੂੰ ਇਹਨਾਂ ਸਵਾਲਾਂ ਨੂੰ ਅੱਗੋਂ ਹੋ ਕੇ ਰੂਬਰੂ ਹੋਣਾ ਚਾਹੀਦਾ ਸੀ। ਕਿਹਨੂੰ ਹੋਣਾ ਚਾਹੀਦਾ ਸੀ? ਸਾਡੇ ਪ੍ਰਬੰਧ ਨੂੰ। ਸਾਡੇ ਪ੍ਰਬੰਧ ਨੂੰ ਇਹਨਾਂ ਗੱਲਾਂ ਦੇ ਉੱਤੇ ਵਿਚਾਰਨਾ ਚਾਹੀਦਾ ਸੀ ਕਿ ਜਿਹੜਾ ਪ੍ਰਬੰਧ ਸਾਡਾ ਅੱਜ ਵਾਰ-ਵਾਰ ਪਿਛਲੇ 5-7 ਸਾਲਾਂ ਤੋਂ ਖਾਸ ਤੌਰ ਤੇ ਔਰ ਅਸਲ ਦੇ ਵਿੱਚ ਤਾਂ 20 ਸਾਲ ਤੋਂ ਧਰਤੀ ਹੇਠਲੇ ਪਾਣੀ ਦੀ ਕੀਤੀ ਜਾ ਰਹੀ ਵਰਤੋਂ ਦੀ ਵਜ੍ਹਾ ਦੇ ਨਾਲ ਥੱਲੇ ਜਾ ਰਿਹਾ ਵਾਟਰ ਟੇਬਲ ਜਿਹੜਾ ਹੈਗਾ ਉਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਸੋ ਉਹਦੇ ਉੱਪਰ ਅਸੀਂ ਕੀ ਮਤਲਬ ਜੇ ਅਸੀਂ ਪਿਛਲੇ 20 ਸਾਲਾਂ ਦਾ 2-2 ਸਾਲ ਦਾ ਬਣਾ ਕੇ ਜਾਂ 3-3 ਸਾਲ ਦਾ ਕੋਈ ਬਣਾ ਕੇ ਇਸ ਤਰ੍ਹਾਂ ਦਾ ਅਧਿਐਨ ਕਰੀਏ ਕਿ ਕੀ ਅਸੀਂ ਉਸ ਅਲਾਮਤ ਜਿਹੜੀ ਸਾਡੇ ਗਲ ਚੜ੍ਹਦੀ ਤੁਰੀ ਆ ਰਹੀ ਹੈ, ਪਾਣੀ ਥੱਲੇ ਰੈੱਡ ਜ਼ੋਨ ਕਰ ਲਏ, ਬਲਾਕ ਜਿਹੜੇ ਹੈਗੇ ਆ ਸਾਡੇ ਪਤਾ ਨਹੀਂ ਕਿੰਨੇ 35 ਕੇ 40 ਬਲਾਕ ਜਿਹੜੇ ਹੈ ਉਹ ਤਾਂ ਮਤਲਬ ਐ ਪੂਰੀ ਤਰ੍ਹਾਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਆ ਚੁੱਕੀਆਂ ਨੇ ਪਿਛਲੇ ਸਮੇਂ ਦੇ ਵਿੱਚ ਕਿ ਸਾਡੇ ਕੋਲੇ 5 ਤੋਂ 10 ਸਾਲ ਤੱਕ ਦਾ ਪਾਣੀ ਵੀ ਨਹੀਂ ਹੈਗਾ ਥੱਲੇ ਵਾਲਾ। ਸੋ ਐਡੀ ਵੱਡੀ ਸਿਚੁਏਸ਼ਨ ਸਾਹਮਣੇ ਖੜੀ ਹੋਵੇ ਤਾਂ ਉਦੋਂ ਅਸੀਂ ਕੀ ਇਸ ਦਿਸ਼ਾ ਦੇ ਵਿੱਚ ਕੀ ਅਸੀਂ ਅੱਗੇ ਵਧ ਰਹੇ ਹਾਂ, ਕੀ ਅਸੀਂ ਉਹਨੂੰ ਰੋਕਣ ਵਾਸਤੇ, ਉਹਦਾ ਹੱਲ ਕਰਨ ਵਾਸਤੇ ਕੋਈ ਸਟੈਪ ਲੈ ਰਹੇ ਹਾਂ? ਔਰ ਜਦੋਂ ਤੁਸੀਂ ਇਸ ਗੱਲ ਦਾ ਅਧਿਐਨ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਪਿਛਲੇ 10-15 ਸਾਲਾਂ ਦੇ ਵਿੱਚ ਜਦੋਂ ਤੋਂ ਇਹ ਅਲਾਮਤ ਆਪਣਾ ਮੂੰਹ ਅੱਡ ਕੇ ਵੱਡੀ ਹੋ ਕੇ ਸਾਡੇ ਦਰਪੇਸ਼ ਅੱਗੇ ਆ ਰਹੀ ਹੈ ਤੇ ਕੋਈ ਸਾਡੇ ਸਿਸਟਮ ਨੇ, ਸਾਡੇ ਪ੍ਰਬੰਧ ਨੇ ਇਸ ਪਾਸੇ ਦੇ ਵੱਲ ਕੋਈ ਸਾਰਥਕ ਕਦਮ ਚੁੱਕੇ ਹੋਣ, ਕੋਈ ਨਹਿਰੀ ਪਾਣੀ ਦੀ ਜੋ ਮਤਲਬ ਜਿਹੜੀ ਅਵੇਲੇਬਿਲਟੀ ਵਧਾਉਣ ਵਾਲੇ ਕੋਈ ਪਾਸੇ ਅਸੀਂ ਕੋਈ ਫੈਸਲੇ ਲਏ ਹੋਣ ਜਾਂ ਕੁਝ ਹੋਰ। ਹਾਂ ਠੀਕ ਹੈ, ਛੋਟੇ ਲੈਵਲ ਤੇ ਕੋਈ ਕਿਸੇ ਪਿੰਡਾਂ ਨੂੰ ਜਾਂਦੀ ਹੋਈ ਕੱਸੀ ਹੈ ਜਿਹੜੀ ਉਹਨੂੰ ਕੋਈ ਕਿਲੋਮੀਟਰ ਅੱਗੇ ਵਧਾ ਦਿੱਤਾ, ਕਿਸੇ ਟੇਲਾਂ ਤੇ ਪਾਣੀ ਪਹੁੰਚਣ ਲਾ ਦਿੱਤਾ ਜਾਂ ਕੋਈ ਹੋਰ ਹੈ, ਇਹ ਤਾਂ ਗੱਲਾਂ ਹੈਗੀਆਂ ਨੇ ਛੋਟੀਆਂ। ਪਰ ਗੱਲ ਤਾਂ ਕਿੱਲੇ ਨੂੰ ਹਰ ਕਿੱਲੇ ਨੂੰ ਪਾਣੀ ਦੀ ਜਿਹੜਾ ਨਹਿਰੀ ਪਾਣੀ ਪਹੁੰਚਦਾ ਸੀਗਾ ਉਹ ਕਿਤੇ ਨਾ ਕਿਤੇ ਖਤਮ ਹੋ ਗਿਆ। ਉਹ ਖਤਮ ਹੋਇਆ। ਉਹ ਬਹੁਤ ਮਤਲਬ ਜਦੋਂ ਤੁਸੀਂ ਉਹਨਾਂ ਡਾਟਿਆਂ ਨੂੰ ਸਾਰਿਆਂ ਨੂੰ ਵੇਖੋਗੇ ਨਾ ਤੇ ਬੜੀ ਹੈਰਾਨੀ ਹੁੰਦੀ ਹੈ। ਮੈਂ ਤਾਂ ਹੀ ਕਹਿੰਦਾ ਕਿ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਨਾ ਸਾਰੀ ਦੁਨੀਆ ਦੇ ਵਿੱਚ ਨਸ਼ਰ ਹੋਣੀਆਂ ਚਾਹੀਦੀਆਂ। ਕਿਉਂ ਇਸ ਇਲਾਕੇ ਦਾ ਅੱਜ ਵੀ 20-25% ਏਰੀਆ ਹੀ ਨਹਿਰੀ ਪਾਣੀ ਦੇ ਨਾਲ ਸਿੰਜਿਆ ਜਾ ਰਿਹਾ ਹੈ। ਸੋ ਇਹ ਸਵਾਲ ਨੇ ਨਾ ਸਾਰੇ। ਸੋ ਮਤਲਬ ਅਸੀਂ ਨਹੀਂ ਕਹਿੰਦੇ, ਹੋ ਸਕਦਾ ਹੈ ਕਿਸੇ ਵੇਲੇ ਤੇ ਇਸ ਗੱਲ ਦੀ ਬਹੁਤ ਵੱਡੀ ਜ਼ਰੂਰਤ ਹੋਵੇ ਕਿ ਦੂਸਰੇ ਇਲਾਕਿਆਂ ਨੂੰ ਵੀ ਪਾਣੀ ਦੀ ਲੋੜ ਹੈ,
ਠੀਕ ਹੈ ਭਾਈ, ਜਿੱਥੇ ਜਿੱਥੇ ਦਰਿਆ ਜਾਂਦੇ ਨੇ, ਨਹਿਰਾਂ ਜਾਂਦੀਆਂ ਨੇ, ਉੱਥੋਂ ਦੇ ਲੋਕਾਂ ਨੂੰ ਪਾਣੀ ਪੀਣ ਵਾਸਤੇ, ਵਰਤਣ ਵਾਸਤੇ ਉਹਨਾਂ ਨੂੰ ਵੀ ਚਾਹੀਦਾ ਹੈ, ਦਿੱਤਾ ਜਾ ਸਕਦਾ, ਦਿੱਤਾ ਜਾਣਾ ਵੀ ਚਾਹੀਦਾ ਹੈ, ਦਿੱਤਾ ਗਿਆ ਹੈ। ਪਿਛਲੇ ਸਮੇਂ ਦੇ ਵਿੱਚ ਫੈਸਲੇ ਹੋਏ ਨੇ, ਪਰ ਕੀ ਅਸੀਂ ਉਹਨਾਂ ਹੀ ਫੈਸਲਿਆਂ ਦੇ ਉੱਤੇ ਇੰਨੇ ਸਟ੍ਰਿਕਟ ਹੋ ਗਏ, ਇੰਨੇ ਰਿਜਿਡ ਹੋ ਗਏ ਕਿ ਜਿੱਥੋਂ ਤਾਂ ਉਹ ਨਿਕਲ ਕੇ ਜਾ ਰਿਹਾ ਹੈ ਉੱਥੇ ਤਾਂ ਮਤਲਬ ਜਿਹੜਾ ਹੈ ਥੱਲੇ ਧਰਤੀ ਹੇਠਲਾ ਪਾਣੀ ਜ਼ਮੀਨਾਂ ਨੂੰ ਬੰਜਰ ਕਰੀ ਜਾ ਰਿਹਾ ਹੈ, ਡੂੰਘਾ ਜਾ ਰਿਹਾ ਹੈ, ਸਾਰੀ એનર્ਜੀ ਦੀ ਵਰਤੋਂ ਹੋ ਰਹੀ ਹੈ। ਕਿਸਾਨ ਜਿਹੜਾ ਉੱਥੇ ਖੇਤੀ ਕਰਦਾ ਹੈ ਉਹ 2-4 ਸਾਲਾਂ ਬਾਅਦ ਉਹਦੇ ਜਿਹੜੇ ਕੋਈ 2000-4000 ਰੁਪਈਆ ਕਿੱਲੇ ਮਗਰ ਉਹਦੀ ਕੋਈ ਬੱਚਤ ਹੁੰਦੀ ਹੈ, ਉਹ 5-4 ਸਾਲਾਂ ਬਾਅਦ ਉਹਨੂੰ ਟਿਊਬਵੈਲ ਨਵਾਂ ਲਾਉਣਾ ਪੈ ਜਾਂਦਾ। ਉਹ ਸਾਰੇ ਦਾ ਸਾਰਾ ਮਾਰ ਹੁੰਦੀ ਹੈ, ਜੇ ਮੰਨ ਲਓ ਹੜ੍ਹ ਆ ਜਾਂਦੇ ਆ, ਉਹ ਸਾਰੀ ਉਹਨਾਂ ਲੋਕਾਂ ਨੂੰ ਝੱਲਣੀ ਪੈਂਦੀ ਹੈ। ਸੋ ਇਹ ਕਿਤੇ ਨਾ ਕਿਤੇ ਗੱਲਾਂ ਅਨਜਸਟੀਫਾਈਡ ਤਾਂ ਹੈਗੀਆਂ ਨੇ, ਔਰ ਇਹਨਾਂ ਤੇ ਵਿਚਾਰ ਕਰਨਾ ਪਊਗਾ। ਵਿਚਾਰ ਦੇ ਵੇਖੋ ਸੀਗੇ 2 ਤਰੀਕੇ। ਇੱਕ ਤਰੀਕਾ ਤਾਂ ਇਹ ਸੀਗਾ ਕਿ ਸਾਡੀਆਂ ਜਿੰਨੀਆਂ ਵੀ ਇੱਥੋਂ ਦੀਆਂ ਰਾਜਨੀਤਿਕ ਪਾਰਟੀਆਂ ਸੀ, ਉਹਨਾਂ ਨੂੰ ਜੇਕਰ ਮਤਲਬ ਇਹਦੇ ਤੇ ਕੋਈ ਨਜ਼ਰਸਾਨੀ ਕਰਦੀਆਂ, ਕੇਂਦਰ ਸਰਕਾਰ ਦੇ ਨਾਲ ਬੈਠਦੀਆਂ, ਬਾਰ-ਬਾਰ ਇਸ ਗੱਲ ਦੀ ਮਹੱਤਤਾ, ਇਹਦੀ ਅਸਲੀਅਤ ਦਿਖਾਉਂਦੀਆਂ। ਕੇਂਦਰ ਸਰਕਾਰ ਕਿਹੜਾ ਕਿਤੋਂ ਬਾਹਰ ਦੀ ਹੁੰਦੀ ਹੈ, ਇੱਥੇ ਹੀ ਹੈ, ਸਾਰੇ ਵਿਭਾਗ ਉਹਨਾਂ ਦੇ ਵਿੱਚ ਨੇ, ਸਾਰੀਆਂ ਰਿਪੋਰਟਾਂ ਉਹਨਾਂ ਕੋਲੇ ਜਾਂਦੀਆਂ ਨੇ। ਗੱਲ ਤਾਂ ਇਹ ਹੁੰਦੀ ਹੈ ਕਿ ਆਪਦੇ ਉਸ ਖਿੱਤੇ ਦੇ ਮਸਲਿਆਂ ਨੂੰ ਰਾਜ ਸਰਕਾਰ ਕਿੰਨੀ ਕੁ ਸੁਹਿਰਦਤਾ ਦੇ ਨਾਲ ਔਰ ਕਿੰਨੇ ਕੁ ਮਤਲਬ ਪੁਖਤਾ ਤਰੀਕੇ ਦੇ ਨਾਲ ਉੱਥੇ ਲੈ ਕੇ ਜਾਂਦੀ ਹੈ, ਔਰ ਉਹਦੇ ਤੇ ਮਤਲਬ ਨਜ਼ਰਸਾਨੀ ਕਰਨ ਵਾਸਤੇ ਜਾਂ ਅਹਿਮ ਫੈਸਲੇ ਲੈਣ ਵਾਸਤੇ ਮਜਬੂਰੀ ਖੜੀ ਕਰਦੀ ਆ ਉਹਨਾਂ ਦੇ ਅੱਗੇ। ਇਹ ਗੱਲਾਂ ਸੀਗੀਆਂ, ਪਰ ਇਹ ਕਿਤੇ ਨਾ ਜੀ ਪਿਛਲੇ ਲੰਬੇ ਸਮੇਂ ਤੋਂ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਾਂ ਦਾ ਮਨੋਬਲ ਡਿੱਗਿਆ ਹੋਇਆ ਸੀ। ਲੋਕਾਂ ਨੂੰ ਪਤਾ ਸੀਗਾ, ਲੋਕਾਂ ਨੂੰ ਵਿਸ਼ਵਾਸ ਸੀਗਾ ਕਿ ਜਿਹੜੀਆਂ ਅਕਾਲੀ ਕਾਂਗਰਸ ਸਰਕਾਰਾਂ, ਜਿਹੜੀਆਂ ਖਾਸ ਤੌਰ ਤੇ 2 ਸਰਕਾਰਾਂ ਜਿਹੜੀਆਂ ਇੱਥੇ ਅਦਲ ਬਦਲ ਹੋ ਕੇ ਆਉਂਦੀਆਂ ਰਹੀਆਂ, ਉਹ ਇਹਨਾਂ ਮੁੱਦਿਆਂ ਦੇ ਉੱਤੇ ਤਾਂ ਮਤਲਬ ਕਿਸੇ ਤਰ੍ਹਾਂ ਦਾ ਕੋਈ ਸਾਰਥਕ ਜਾਂ ਅਹਿਮ ਫੈਸਲਾ ਲੈ ਲੈਣਗੇ, ਉੱਥੋਂ ਤਾਂ ਨਹੀਂ ਸੀਗਾ ਵਿਸ਼ਵਾਸ ਲੋਕਾਂ ਨੂੰ। ਸ਼ਾਇਦ ਇਹੀ ਕਾਰਨ ਹੈ ਕਿ ਲੋਕ ਉਹਨਾਂ ਨਾਲੋਂ ਟੁੱਟ ਕੇ ਇੱਕ ਨਵੇਂ ਬਦਲ ਦੇ ਵੱਲ ਆ ਗਏ। ਹੁਣ ਮਸਲਾ ਇਹ ਹੈਗਾ ਕਿ ਜਦੋਂ ਨਵੇਂ ਬਦਲ ਦੇ ਵੱਲ ਆਏ ਨੇ ਲੋਕ, ਤਾਂ ਲੋਕ ਇਹ ਗੱਲ ਚਾਹੁੰਦੇ ਨੇ ਕਿ ਇਹਨਾਂ ਅਹਿਮ ਫੈਸਲਿਆਂ ਨੂੰ ਸਹੀ ਤਰੀਕੇ ਦੇ ਨਾਲ ਵਿਚਾਰਿਆ ਜਾਵੇ, ਇੱਥੇ ਇਹ ਨਿਰਣੇ ਕੀਤੇ ਜਾਣ, ਕਿਉਂਕਿ ਇਹ ਬੜੀ ਵੱਡੀ ਅਲਾਮਤ ਜਿਹੜੀ ਹੈਗੀ ਹੈ ਸਾਡੇ ਗਲ ਆਉਂਦੀ ਜਾਂਦੀ ਹੈ। ਹੁਣ ਮਸਲਾ ਇਹ ਰਹਿ ਜਾਂਦਾ ਜਿੱਥੋਂ ਤੁਸੀਂ ਜਿਵੇਂ ਸੁਖਵੰਤ ਜੀ ਨੇ ਗੱਲ ਕੀਤੀ ਹੈ ਵੀ ਮੋਰਚਾ ਲੱਗਣ ਜਾ ਰਿਹਾ ਹੈ ਜਾਂ ਮੋਰਚਾ ਅਸਲ ਦੇ ਵਿੱਚ ਕੀ ਹੈ ਸੁਖਵੰਤ ਜੀ, ਕਿ ਦੇਖੋ ਜੇਕਰ ਤਾਂ ਆਪਾਂ ਇਸ ਐਂਗਲ ਤੋਂ ਦੇਖਾਂਗੇ, ਮੈਨੂੰ ਤੁਹਾਡੀ ਗੱਲ ਦੇ ਵਿੱਚੋਂ ਇੱਕ ਗੱਲ ਸਮਝ ਪੈਂਦੀ ਹੈ ਕਿ ਵਾਕਈ ਕਈ ਵਾਰੀ ਇਹ ਗੱਲ ਵੀ ਮਤਲਬ ਆਮ ਸੰਗਤ ਦੇ ਵਿੱਚ ਜਾਂਦੀ ਹੈ ਵੀ ਜਦੋਂ ਅਲੱਗ-ਅਲੱਗ ਥਾਵਾਂ ਤੇ ਅੱਗੇ ਮੋਰਚੇ ਲੱਗੇ ਹੋਏ ਨੇ, ਕੀ ਕਿਤੇ ਇੱਥੇ ਜਿਹੜਾ ਲਾਇਆ ਜਾ ਰਿਹਾ ਉਸ ਮੋਰਚੇ ਦੀ ਅਹਿਮੀਅਤ ਨੂੰ ਘਟਾ ਕੇ ਵੇਖਣ ਵਾਸਤੇ ਤਾਂ ਨਹੀਂ ਲਾਇਆ ਜਾ ਰਿਹਾ, ਜਾਂ ਕੁਛ ਇਸ ਤਰ੍ਹਾਂ ਦਾ। ਸੋ ਇਹ ਹੁਣ ਸਾਨੂੰ ਜਿਹੜਾ ਹੈਗਾ ਇਹਨਾਂ ਸਾਰੀਆਂ ਗੱਲਾਂ ਤੋਂ ਥੋੜ੍ਹਾ ਜਿਹਾ ਸਾਨੂੰ ਨਾ ਮਤਲਬ ਜਿਹੜਾ ਹੈ ਜਿਹੜੀ ਸਾਡੀ ਚੇਤਨਾ ਹੈ ਇਹ ਥੋੜ੍ਹੀ ਜਿਹੀ ਉੱਪਰ ਲੈ ਕੇ ਜਾਣੀ ਪਊਗੀ। ਕਿਸ ਤਰੀਕੇ ਨਾਲ, ਕਿਉਂ ਲੈ ਕੇ ਜਾਣੀ ਪਊਗੀ? ਕਿਉਂਕਿ ਵੇਖੋ ਮਸਲੇ ਸਾਰੇ ਹੀ ਜਿਹੜੇ ਹੈਗੇ ਨੇ, ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਹੈ, ਮੈਂ ਪਿਛਲੇ ਜੀਰੇ ਮੋਰਚੇ ਦੇ ਵਿੱਚ ਅਕਸਰ ਦੇਖਦਾ ਰਿਹਾ ਕਿ ਪ੍ਰੈਸ ਵਾਲੇ ਦੋਸਤ ਵੀ ਜਾਂ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਹੋਰ ਕਾਫੀ ਜਿਹੜੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਲੋਕ ਨੇ, ਉਹਨਾਂ ਦਾ ਇੱਕ ਬੜਾ ਵੱਡਾ ਸਵਾਲ ਆ ਜਾਂਦਾ ਹੈ ਕਿ ਇਹ ਸਾਰਾ ਕੁਝ ਹੋਣੀ ਕਿਉਂ? ਇਹ ਬੜਾ ਵੱਡਾ ਸਵਾਲ ਆ ਜਾਂਦਾ। ਪਰ ਮੈਨੂੰ ਇੱਕ ਗੱਲ ਲੱਗਦੀ ਹੈ ਕਿ ਉਹਨਾਂ ਭਰਾਵਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਹੁਣ ਹੀ ਕਿਉਂ ਨਹੀਂ, ਹੁਣ ਹੀ ਜ਼ਰੂਰੀ ਹੈ। ਕਿਉਂਕਿ ਜੇਕਰ ਹੁਣ ਆਪਾਂ ਅਦਲ ਬਦਲ ਕਰ ਲਈ, ਉਹ ਇਹਨੂੰ ਇਸ ਤਰੀਕੇ ਨਾਲ ਕਿਉਂ ਲੈ ਰਹੇ ਆ ਕਿ ਇਹ ਸਾਰਾ ਕੁਝ ਪੰਜਾਬ ਸਰਕਾਰ ਦੇ ਉਲਟ ਹੈ। ਇਹ ਉਲਟ ਨਹੀਂ ਹੈ, ਇਹ ਸਾਰੇ ਅਹਿਮ ਫੈਸਲੇ ਨੇ ਜਿਹੜੇ ਲੈਣੇ ਜ਼ਰੂਰੀ ਨੇ, ਔਰ ਉਹਨਾਂ ਨੇ ਜਿਨ੍ਹਾਂ ਨੇ ਵਾਅਦਾ ਦਾਅਵਾ ਕੀਤਾ ਹੈਗਾ ਉਹਨਾਂ ਨੂੰ ਇਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਦੇ ਉਹ ਅਣਗੌਲਿਆਂ ਨਾ ਕਰ ਜਾਣ, ਉਹ ਢਿੱਲੇ ਨਾ ਪੈਣ। ਇਸ ਕਰਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਵੀ ਤਾਂ ਇੱਕ ਫੈਸਲਾ ਹੀ ਹੈ ਨਾ, ਇਹ ਵੀ ਤਾਂ ਆਪਣੇ ਆਪ ਦੇ ਵਿੱਚ ਇੱਕ ਰੈਵੋਲੂਸ਼ਨ ਹੀ ਹੈ ਨਾ। ਸੋ ਇਸੇ ਕਰਕੇ ਮਤਲਬ ਇੱਕ ਤਾਂ ਸਾਨੂੰ ਸਾਰਿਆਂ ਨੂੰ ਆਪਣੀ ਚੇਤਨਾ ਜਿਹੜੀ ਹੈ ਇਸ ਤੋਂ ਉੱਪਰ ਲੈ ਕੇ ਜਾਣੀ ਚਾਹੀਦੀ ਹੈ। ਦੂਸਰੀ ਗੱਲ, ਜੇ ਪਾਰਟੀਕੂਲਰ ਆਪਾਂ ਹੁਣ ਇੱਥੇ ਆ ਜਾਈਏ, ਜਿਸ ਤਰ੍ਹਾਂ ਤੁਸੀਂ ਮੈਨੂੰ ਸਵਾਲ ਕੀਤਾ ਹੈ ਕਿ ਇਹ ਮੋਰਚਾ ਲੱਗਣ ਜਾ ਰਿਹਾ ਹੈ, ਇਹ ਮੋਰਚਾ ਜਿਹੜਾ ਹੈਗਾ ਇਹਦੇ 'ਚ ਕੱਲ ਵੀ ਵਿਚਾਰਾਂ ਹੋਈਆਂ ਨੇ, ਪੂਰੇ ਪੰਜਾਬ ਤੋਂ ਕਾਫੀ ਸੁਹਿਰਦ ਲੋਕ ਇਕੱਤਰ ਹੋਏ ਹੈ। 10 ਕੁ ਦਿਨ ਪਹਿਲਾਂ, 15 ਕੁ ਦਿਨ ਪਹਿਲਾਂ ਵੀ ਇੱਕ ਇਕੱਠ ਹੋਇਆ ਸੀਗਾ ਇਹਨਾਂ ਨਹਿਰਾਂ ਦੇ ਉੱਪਰ ਹੀ। ਫਿਰੋਜ਼ ਸ਼ਾਹ ਜਿਹੜਾ ਵਾਰ ਮੈਮੋਰੀਅਲ ਹੈ ਨਾ, ਜਦੋਂ ਆਪਾਂ ਮੋਗਾ ਤੋਂ ਫਿਰੋਜ਼ਪੁਰ ਨੂੰ ਜਾਂਦੇ ਆ ਜਿਹੜਾ ਹਾਈਵੇ, ਤੇ ਜਿੱਥੇ ਇਹ ਨਹਿਰਾਂ ਦੇ ਉੱਪਰੋਂ ਦੀ ਕ੍ਰੋਸ ਹੁੰਦੇ ਆ, ਤਾਂ ਉਹ ਕਸਬਾ ਤਾਂ ਹੈਗਾ ਕੱਲ ਖੁਰਦ, ਤੇ ਨਾਲ ਹੀ ਉਹਦੇ 2-3 ਕਿਲੋਮੀਟਰ ਦੇ ਉੱਪਰ ਫਿਰੋਜ਼ ਸ਼ਾਹ ਪਿੰਡ ਹੈਗਾ। ਤਾਂ ਉਸ ਪਿੰਡ ਦੇ ਨਾਮ ਦੇ ਉੱਪਰ ਹੀ, ਕਿਉਂਕਿ ਇਹ ਲੜਾਈ ਜਿਹੜੀ ਇੱਥੇ ਤੇ ਮੁਦਕੀ ਦੇ ਵਿੱਚ ਹੋਈ ਸੀ, ਜਿਹੜੀ ਅੰਗਰੇਜ਼ਾਂ ਦੀਆਂ ਆਖਰੀ ਲੜਾਈਆਂ ਦੇ ਵਾਲੀਆਂ ਜਿਹੜੇ ਸੀਗੀਆਂ, ਤਾਂ ਉਹਦਾ ਇੱਕ ਮੈਮੋਰੀਅਲ ਬਣਿਆ ਹੋਇਆ। ਸੋ ਇਸ ਕਰਕੇ ਉਹ ਇੱਥੋਂ ਮਤਲਬ ਕਿਉਂਕਿ ਗੱਲ ਦੀ ਸ਼ੁਰੂਆਤ ਹੋਈ ਹੈ ਤੇ ਇੱਥੇ ਵਿਚਾਰਾਂ ਹੁੰਦੀਆਂ ਨੇ ਇਸ ਗੱਲ ਦੇ ਉੱਤੇ, ਉਹ ਵਿਚਾਰ ਜਿਹੜੀ ਆ ਉਹ
ਹੌਲੀ ਹੌਲੀ, ਕਿਉਂਕਿ ਜਿਸ ਤਰ੍ਹਾਂ ਆਪਾਂ ਸਾਰੀ ਅਹਿਮੀਅਤ ਬਾਰੇ ਆਪਾਂ ਗੱਲ ਕਰ ਹੀ ਚੁੱਕੇ ਹਾਂ ਵੀ ਉਹ ਕਿਉਂਕਿ ਮਸਲਾ ਇਸ ਤਰ੍ਹਾਂ ਦਾ ਹੈ, ਤੇ ਇਸ ਕਰਕੇ ਸੁਹਿਰਦਤਾ ਜਿਹੜੀ ਹੈਗੀ ਹੈ ਜਗ੍ਹਾ ਜਗ੍ਹਾ ਤੋਂ, ਪੂਰੇ ਪੰਜਾਬ ਤੋਂ ਜਿੰਨੇ ਪੁਰਾਣੇ ਮਤਲਬ ਪਹਿਲਾਂ ਤੋਂ ਪਾਣੀ ਦੇ ਮਸਲੇ ਦੇ ਉੱਪਰ ਜਿਹੜਾ ਸੁਹਿਰਦ ਨਜ਼ਰੀਆ ਰੱਖਣ ਵਾਲੇ ਲੋਕ ਨੇ ਉਹ ਵੀ ਸਾਰੇ ਪਹੁੰਚ ਰਹੇ ਆ, ਉਹ ਸਾਰੇ ਆਪਣਾ ਆਪਣਾ ਨਜ਼ਰੀਆ ਦੇ ਰਹੇ ਨੇ। ਔਰ ਹੁਣ ਕਿਉਂਕਿ ਉਹਦੀ ਖਾਸ ਤੌਰ ਤੇ ਇੱਕ ਗੱਲ ਇਹ ਹੋ ਗਈ ਕਿ ਉਹ ਨਹਿਰਾਂ ਜਿਹੜੀਆਂ ਜਿਸ ਤਰ੍ਹਾਂ ਐਜ਼ ਇਟ ਇਜ਼ ਜਿਵੇਂ ਚੱਲ ਰਹੀਆਂ ਸੀ ਤਾਂ ਚੱਲ ਹੀ ਰਹੀਆਂ ਸੀ, ਪਰ ਉਹਨਾਂ ਦੇ ਵਿੱਚ ਪੋਲੀਥੀਨ ਪਾ ਕੇ, ਕੰਕਰੀਟ ਪਾ ਕੇ, ਉਹਨੂੰ ਪੱਕਿਆਂ ਕਰਕੇ ਔਰ ਕਿਤੇ ਨਾ ਕਿਤੇ ਮਤਲਬ ਜਿਹੜਾ ਹੈਗਾ ਇਸ ਤਰ੍ਹਾਂ ਦੀ ਇੱਕ ਪ੍ਰਕਿਰਿਆ ਆਰੰਭ ਕਰ ਲਈ ਜਿਵੇਂ ਮਤਲਬ ਪਾਣੀ ਜਿਹੜਾ ਹੈਗਾ ਸਾਰੇ ਦਾ ਸਾਰਾ ਪਾਣੀ ਜਿਹੜਾ ਹਰੀਕਿਆਂ ਤੋਂ ਨਿਕਲਦਾ ਹੈ ਉਹਨੂੰ ਕਿਸੇ ਤਰੀਕੇ ਨਾਲ ਸਾਰੇ ਦਾ ਸਾਰਾ ਲਿਜਾ ਕੇ ਰਾਜਸਥਾਨ ਸੁੱਟ ਦਿੱਤਾ ਜਾਵੇ, ਜਿਵੇਂ ਕਿਸੇ ਇਸ ਵਿਸ਼ੇ ਦੇ ਉੱਤੇ ਕੰਮ ਹੋ ਰਿਹਾ। ਭਾਈ ਜਿਹੜੀਆਂ ਨਹਿਰਾਂ ਦਰਿਆ ਜਿਹੜੇ ਵਗਦੇ ਨੇ ਇਹ ਕੁਦਰਤ ਨੇ ਵਗਾਏ ਕਾਹਦੇ ਵਾਸਤੇ ਨੇ? ਇੱਕ ਕੁਦਰਤੀ ਪ੍ਰਕਿਰਿਆ ਕੀ ਹੈ? ਕੀ ਉਹਨਾਂ ਰਸਤਿਆਂ ਦੇ ਵਿੱਚ ਦੁਨੀਆ ਨਹੀਂ ਵਸਦੀ? ਕੀ ਉਹਨਾਂ ਰਸਤਿਆਂ ਦੇ ਵਿੱਚ ਪੌਦੇ ਨਹੀਂ ਹੈਗੇ, ਵੈਜੀਟੇਸ਼ਨ ਨਹੀਂ ਹੈਗੀ? ਸਾਰੀ ਮਤਲਬ ਜਲ ਜੀਵਨ ਜਿਹੜਾ ਜੀਵਨ ਹੈ ਸਾਰਾ, ਹਰ ਤਰ੍ਹਾਂ ਦਾ, ਪੌਦੇ, ਪੰਛੀ, ਮਨੁੱਖ, ਉਹ ਸਾਰੇ ਵਸਦੇ ਨੇ। ਸੋ ਉਹਨਾਂ ਜਗ੍ਹਾ ਦੇ ਉੱਪਰ ਉਹਦਾ ਪਾਣੀ ਦਾ ਕੁਦਰਤੀ ਤੌਰ ਤੇ ਧਰਤੀ ਦੇ ਵਿੱਚ ਰਸਣਾ, ਹੋਰ ਸਾਰਾ ਕੁਝ ਇਹ ਅਹਿਮ ਹੈ, ਇਹ ਜ਼ਰੂਰੀ ਹੈ। ਇੱਕ ਇਕੋਲੋਜੀਕਲ ਬੈਲੈਂਸ ਬਣਿਆ ਰਹਿਣਾ ਇਸ ਵਾਸਤੇ ਇਹ ਬਹੁਤ ਜ਼ਰੂਰੀ ਹੈ। ਔਰ ਦੂਸਰੀ ਗੱਲ ਇਹ ਕਿ ਜਿੱਥੇ ਲੈ ਕੇ ਜਾ ਰਹੇ ਹਾਂ ਅਜੇ ਇਹ ਵੀ ਵਿਸ਼ਾ ਇੱਕ ਆਪਣੇ ਆਪ ਦੇ ਵਿੱਚ ਇੱਕ ਡਿਸਕਸ਼ਨ ਦਾ ਪੁਆਇੰਟ ਹੈਗਾ, ਇਹਦੇ ਤੇ ਲੰਬੀ ਵਿਸਥਾਰ ਦੇ ਵਿੱਚ ਵਿਚਾਰ ਹੋਣੀ ਚਾਹੀਦੀ ਹੈ ਕਿ ਜਿਹੜਾ ਰਾਜਸਥਾਨ ਹੈ, ਰਾਜਸਥਾਨ ਕੁਦਰਤ ਦਾ ਉਸਾਰਿਆ ਹੋਇਆ ਇੱਕ ਮਾਰੂਥਲ ਹੈ ਜਿਹੜਾ ਮਤਲਬ ਆਪਣੇ ਆਪ ਦੇ ਵਿੱਚ ਜਿਹਦੀ ਇੱਕ ਬੜੀ ਲੰਬੀ ਪੁਰਾਣੀ ਹਿਸਟਰੀ ਹੈ, ਉੱਥੋਂ ਦਾ ਜਨ ਜੀਵਨ ਦੀ ਆਪਣੀ ਮਹੱਤਤਾ ਹੈ, ਉੱਥੋਂ ਦਾ ਇੱਕ ਕਲਚਰ ਹੈ, ਉੱਥੋਂ ਦਾ ਇੱਕ ਪੂਰੇ ਦਾ ਪੂਰਾ ਇੱਕ ਕੁਦਰਤ ਦਾ ਤੇ ਮਨੁੱਖਤਾ ਦਾ ਤੇ ਵੈਜੀਟੇਸ਼ਨ ਦਾ ਇੱਕ ਆਪਸੀ ਬਣਿਆ ਹੋਇਆ ਤਾਲਮੇਲ ਹੈ, ਜਿਹਨੂੰ ਕਿਤੇ ਨਾ ਕਿਤੇ ਅਸੀਂ ਮਤਲਬ ਆਹ ਸੋ ਕਾਲਡ ਜਿਹੜੀਆਂ ਹੈਗੀਆਂ ਮਤਲਬ ਡਿਵੈਲਪਮੈਂਟਸ ਇਹਨਾਂ ਦੇ ਨਾਂ ਤੇ ਉਹਨੂੰ ਸਾਰੇ ਦੇ ਸਾਰੇ ਨੂੰ ਤੈਸ਼ ਨੈਸ਼ ਕਰ ਰਹੇ ਹਾਂ। ਇੱਧਰ ਵੀ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਹਾਂ ਤੇ ਇੱਧਰ ਵੀ ਕਰ ਰਹੇ ਹਾਂ ਔਰ ਉੱਥੇ ਵੀ ਕਰ ਰਹੇ ਹਾਂ। ਸੋ ਇਹ ਸਾਰੀਆਂ ਗੱਲਾਂ ਜਿਹੜੀ ਮੌਜੂਦਾ ਰਾਜਨੀਤਿਕ ਜਿਹੜਾ ਸਿਨੈਰੀਓ ਹੈ ਨਾ ਉਹਦੇ ਵਿੱਚੋਂ ਉਪਜ ਰਹੀਆਂ ਨੇ। ਜਿਹੜੇ ਮਾੜੇ ਪੱਖ ਹੈ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਔਰ ਹਰ ਇੱਕ ਦੇ ਵਿੱਚ ਹੋੜ ਲੱਗੀ ਹੋਈ ਹੈ ਵੀ ਅਸੀਂ ਕਿਸੇ ਵੀ ਖਿੱਤੇ ਦੇ ਲੋਕਾਂ ਨੂੰ ਕੋਈ ਉਹ ਲਭਾਉਣੇ ਸ਼ਾਰਟ ਟਰਮ ਬੈਨੀਫਿਟਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਕਿ ਮਤਲਬ ਉਹ ਦਿਖਾ ਦਿੱਤੇ ਜਾਣ ਔਰ ਲੋਕਾਂ ਨੂੰ ਮਤਲਬ ਇਹ ਲੱਗੇ ਕਿ ਹਾਂਜੀ ਸਾਡੇ ਵਾਸਤੇ ਆ ਪਾਰਟੀ ਆ ਸਰਕਾਰ ਇਹ ਸਾਡੇ ਵਾਸਤੇ ਬਹੁਤ ਵਧੀਆ ਕਰ ਰਹੀ ਹੈ। ਪਰ ਨਹੀਂ ਭਾਈ, ਪੜ੍ਹੇ ਲਿਖੇ ਸਿਆਣੇ ਤੇ ਸਮਝਦਾਰ ਲੋਕ ਜਿਹੜੇ ਹੈਗੇ ਆ ਉਹ ਵੀ ਆਪਣਾ ਫਰਜ਼ ਅਦਾ ਕਰਦੇ ਆ। ਉਹ ਦੱਸਦੇ ਆ ਕਿ ਇਸ ਪ੍ਰਕਿਰਿਆ ਦਾ ਲੰਬੇ ਸਮੇਂ ਦੇ ਵਿੱਚ ਕੀ ਅਸਰ ਹੋਊਗਾ। ਤੁਹਾਡੇ ਮੈਂ ਛੋਟਾ ਜਿਹਾ ਮੈਂ ਉਹਦੇ ਤੇ ਇੱਕ ਸੰਕੇਤਕ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ ਟਿੱਬੇ ਨੇ, ਟਿੱਬਿਆਂ ਦਾ ਕੁਦਰਤ ਦੇ ਵੱਲੋਂ ਇੱਕ ਨਾ ਆਪਸੀ ਬੌਂਡ ਬਣਿਆ ਹੁੰਦਾ ਹੈ। ਤੁਸੀਂ ਦੇਖਿਆ ਸੁਣਿਆ ਹੋਣਾ ਕਈ ਵਾਰ ਕਿ ਰਾਤੋਂ ਰਾਤ ਟਿੱਬਾ ਕਹਿੰਦੇ ਇੱਥੋਂ ਚੱਕ ਕੇ ਅਗਲੀ ਥਾਂ ਤੇ ਹੋ ਜਾਂਦਾ, ਉਹ ਇੱਕ ਕੁਦਰਤੀ ਬੌਂਡ ਬਣਿਆ ਹੋਇਆ। ਰਿਸਰਚ ਇਹ ਗੱਲ ਕਹਿੰਦੀ ਹੈ, ਇਕੋਲੋਜੀ ਦੇ ਮਾਹਰਾਂ ਨੇ ਇਹ ਗੱਲਾਂ ਦੇਖੀਆਂ ਨੇ ਕਿ ਜੇਕਰ ਉਹਨਾਂ ਥਾਵਾਂ ਦੇ ਉੱਪਰ ਪਾਣੀ ਬੇਲੋੜਾ ਤੇ ਵੱਧ ਬਾਰਿਸ਼ਾਂ ਦੀ ਵਜ੍ਹਾ ਨਾਲ ਜਾਂ ਕਿਤੋਂ ਬਾਹਰੋਂ ਲਿਆ ਕੇ ਅਗਰ ਉਹ ਉੱਥੇ ਸੁੱਟਿਆ ਜਾਂਦਾ ਹੈ ਤਾਂ ਉਹ ਸਾਰੇ ਦੇ ਸਾਰੇ ਉਹ ਜਿਹੜੇ ਡੋਮਸ ਦਾ ਜਿਹੜਾ ਹੁੰਦਾ ਨਾ ਬੌਂਡ ਜਿਹਨੂੰ ਕਹਿੰਦੇ ਆ, ਉਹਨਾਂ ਦੀ ਭਾਸ਼ਾ ਹੈ ਮਤਲਬ ਇਕੋਲੋਜੀ ਦੇ ਮਾਹਰਾਂ ਦੀ, ਉਹਦੇ ਮੁਤਾਬਕ ਉਹ ਇਹ ਕਹਿੰਦੇ ਆ ਕਿ ਉਹ ਸਾਰੇ ਦਾ ਸਾਰਾ ਡਿਸਟਰਬ ਹੋ ਜਾਂਦਾ ਔਰ ਉੱਥੋਂ ਦੀ ਮਤਲਬ ਪੂਰੀ ਦੀ ਪੂਰੀ ਇਕੋਲੋਜੀ ਡਿਸਟਰਬ ਹੋ ਜਾਂਦੀ ਹੈ। ਜਿਹੜੇ ਦਰਖਤ ਉੱਥੇ ਹੁੰਦੇ ਨੇ, ਜਿਹੜੇ ਜੀਵ ਜੰਤੂ ਪੌਦੇ ਜੋ ਕੁਦਰਤ ਨੇ ਉੱਥੋਂ ਵਾਸਤੇ ਡਿਜ਼ਾਈਨ ਕੀਤੇ ਨੇ, ਉਹ ਸਾਰੇ ਉੱਥੇ ਬਦਲਨੇ ਸ਼ੁਰੂ ਹੋ ਗਏ। ਜਦੋਂ ਤੁਸੀਂ ਲਿਜਾ ਕੇ ਬਾਹਰੋਂ ਧੜਾ ਧੜ ਪਾਣੀ ਕੋਈ ਨਹਿਰਾਂ ਦਾ ਲਿਜਾ ਕੇ ਵਿੱਚ ਛੱਡਣਾ ਸ਼ੁਰੂ ਕਰ ਦਿਓਗੇ ਤਾਂ ਕੁਦਰਤੀ ਗੱਲ ਉੱਥੇ ਫਰਕ ਆਏਗਾ ਔਰ ਉਹਦੇ ਨਾਲ ਉੱਥੋਂ ਦਾ ਜਨ ਜੀਵਨ ਪ੍ਰਭਾਵਿਤ ਹੋਏਗਾ। ਔਰ ਉਹ ਕੀ ਤੁਸੀਂ ਲੰਬੇ ਸਮੇਂ ਵਾਸਤੇ ਜਿਹੜੀ ਹੈਗੀ ਹੈ, ਜਿਵੇਂ ਹਿੰਦੁਸਤਾਨ ਦਾ ਇੱਕ ਜਿਸ ਤਰੀਕੇ ਨਾਲ ਜੇ ਪੰਜਾਬ ਸ਼ਿੰਗਾਰ ਹੈ ਤਾਂ ਪੰਜਾਬ ਆਪਣੀ ਮਹੱਤਤਾ ਦੇ ਨਾਲ ਸ਼ਿੰਗਾਰ ਹੈ ਤੇ ਰਾਜਸਥਾਨ ਆਪਣੀ ਇੱਕ ਮਹੱਤਤਾ ਦੇ ਨਾਲ ਸ਼ਿੰਗਾਰ ਹੈ। ਸੋ ਕੀ ਅਸੀਂ ਇਹਨਾਂ ਦੋਨਾਂ ਸ਼ਿੰਗਾਰਾਂ ਨੂੰ ਮਤਲਬ ਬਿਨਾਂ ਸੋਚਿਆਂ ਸਮਝਿਆਂ ਡਿਸਟਰਬ ਨਹੀਂ ਕਰ ਰਹੇ, ਕਿ ਇਹਨੂੰ ਤੈਸ਼ ਨੈਸ਼ ਨਹੀਂ ਕਰ ਰਹੇ? ਸੋ ਇਹ ਵੀ ਇੱਕ ਐਂਗਲ ਹੈਗਾ ਸੋਚਣ ਵਾਲਾ। ਜਿੱਥੋਂ ਤੱਕ ਪੀਣ ਵਾਲੇ ਪਾਣੀ ਦੀ ਨੂੰ ਮੁਹੱਈਆ ਕਰਨਾ ਜਾਂ ਕੁਝ ਕਰਨਾ ਉਹ ਗੱਲ ਇੱਕ ਅਲੱਗ ਹੁੰਦੀ ਹੈਗੀ ਆ। ਸੋ ਮਤਲਬ ਇਹ ਕਾਫੀ ਸਾਰੇ ਪੁਆਇੰਟਸ ਨੇ ਜਿਨ੍ਹਾਂ ਦੇ ਉੱਪਰ ਨਜ਼ਰਸਾਨੀ ਕਰਨੀ ਬਣਦੀ ਹੈ। ਕਿਸੇ ਵੀ ਤਰੀਕੇ ਨਾਲ ਖਾਸ ਤੌਰ ਤੇ ਨਹਿਰਾਂ ਦਾ ਕੰਕਰੀਟੀਕਰਨ ਕਰਨਾ, ਪੋਲੀਥੀਨ ਮੋਟੇ ਪੋਲੀਥੀਨ ਹੇਠਾਂ ਪਾ ਕੇ ਉੱਥੋਂ ਦੀ ਸੀਪੇਜ ਪੂਰੀ ਤਰ੍ਹਾਂ ਰੋਕ ਦੇਣਾ, ਇਹ ਗੈਰ ਕੁਦਰਤੀ ਵੀ ਹੈਗਾ, ਗੈਰ ਕਾਨੂੰਨੀ ਵੀ ਹੈਗਾ। ਕਿਉਂਕਿ ਇਹ ਕਿਤੇ ਨਹੀਂ ਲਿਖਿਆ ਹੋਇਆ
ਕਿ ਤੁਸੀਂ ਉਸ ਇਲਾਕੇ ਦੇ ਵਿੱਚੋਂ ਦੀ, ਜਿਸ ਇਲਾਕਿਆਂ ਦੇ ਵਿੱਚੋਂ ਦੀ ਪਾਣੀ ਉਹ ਗੁਜ਼ਰ ਰਿਹਾ ਹੈ, ਤਾਂ ਉੱਥੇ ਤੁਸੀਂ ਮਤਲਬ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦਾ ਮਤਲਬ ਲੋਕਾਂ ਦਾ ਮੂੰਹ ਬੰਨ੍ਹ ਦਿਓ ਵੀ ਉੱਥੋਂ ਦਾ ਕੋਈ ਜੀਵ ਜੰਤੂ, ਕੋਈ ਪੌਦਾ, ਹੁਣ ਨਹਿਰਾਂ ਪੱਕੀਆਂ ਕਰ ਦਿੱਤੀਆਂ, ਕੋਈ ਪੌੜੀ ਨਹੀਂ, ਕੋਈ ਕੁਛ ਨਹੀਂ, ਜੀਵ ਜੰਤੂ ਦਾ ਤਾਂ ਮੂੰਹ ਪਹਿਲਾਂ ਹੀ ਬੰਨ੍ਹਤਾ, ਕੋਈ ਮੋਗਾ ਨਹੀਂ ਦਿੱਤਾ, ਇਨਸਾਨਾਂ ਦਾ ਮੂੰਹ ਬੰਨ੍ਹਤਾ। ਹੁਣ ਰਹਿੰਦਾ ਖੁੰਦਾ ਪੋਲੀਥੀਨ ਪਾਤਾ ਤਾਂ ਤੁਸੀਂ ਵੈਜੀਟੇਸ਼ਨ ਦਾ ਮੂੰਹ ਵੀ ਬੰਨ੍ਹਤਾ। ਇੱਧਰ ਖੜਾ ਹੋਇਆ ਬੋਰਡ ਜਿਹੜਾ ਹੇਠਾਂ ਜਿਹਦੀਆਂ ਜੜ੍ਹਾਂ ਨੇ ਉਹ ਵੀ ਨਾ ਪਾਣੀ ਲੈ ਸਕੇ, ਇੱਧਰ ਖੜਾ ਪਿੱਪਲ ਉਹ ਹੇਠਾਂ ਦੀ ਐਡਾ ਮੋਟਾ ਪੋਲੀਥੀਨ ਪਾਤਾ, ਕੰਕਰੀਟੀਕਰਨ ਕਰਤਾ, ਇਹ ਵੀ ਨਾ ਪਾਣੀ ਪੀ ਸਕੇ। ਰੁਕਿਆ ਤਾਂ ਇਸੇ ਨੂੰ ਹੀ ਜਾ ਰਿਹਾ ਹੈ। ਜਿਵੇਂ ਹੁਣ ਤੁਸੀਂ ਕਿਹਾ ਕਿ ਪੰਜਾਬ ਭਰ ਦੇ ਸੁਹਿਰਦ ਲੋਕ ਉੱਥੇ ਇਕੱਠੇ ਹੋਏ, ਸਲਾਹ ਮਸ਼ਵਰਾ ਹੋ ਗਿਆ ਜੀ, ਕੀ ਰੂਪਰੇਖਾ, ਕੀ ਨੁਕਤੇ ਨੇ ਇਸ ਮੋਰਚੇ ਦੇ? ਹਾਂ, ਇਹ ਮੈਂ ਚੀਜ਼ ਕਹਿਣੀ ਚਾਹੁੰਦਾ ਸੀਗਾ ਕਿ ਮੋਰਚਾ ਸ਼ਬਦ ਤਾਂ ਚਲੋ ਕਿਸੇ ਵੀ ਗੱਲ ਵਾਸਤੇ ਮੋਰਚਾ ਹੀ ਵਰਤਿਆ ਜਾਂਦਾ ਔਰ ਮੋਰਚਾ ਹੀ ਹੈ। ਪਰ ਇੱਥੇ ਇਸ ਦੀ ਨਾ ਜਿਹੜੀ ਰੂਪਰੇਖਾ, ਜਿਹੜੀ ਕੱਲ ਉੱਥੇ ਸਾਰੇ ਸੁਹਿਰਦ ਲੋਕ ਆਏ ਸੀਗੇ, ਲੱਖਾ ਸਦਾਣਾ ਵੀ ਸੀਗਾ, ਬਲਵਿੰਦਰ ਸੇਖੋਂ DSP ਸਾਹਿਬ ਜਿਹੜੇ ਆਏ ਉਹ ਵੀ ਸੀਗੇ, ਹੋਰ ਵੀ ਕਾਫੀ ਮਤਲਬ ਪੜ੍ਹੇ ਲਿਖੇ ਸਿਆਣੇ ਸੁਹਿਰਦ ਲੋਕ ਆਏ ਸੀਗੇ, ਤੇ ਸਭ ਨੇ ਇਸ ਗੱਲ ਦੇ ਉੱਤੇ ਵਿਚਾਰ ਕੀਤੀ ਹੈ ਕਿ ਮਤਲਬ ਮੋਰਚਾ ਇਹਨੂੰ ਉਸ ਰੂਪ ਦਾ ਮੋਰਚਾ ਜਿਵੇਂ ਕੋਈ ਧਰਨਾ ਮੁਜ਼ਾਹਰਾ ਟਾਈਪ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਸ਼ੁਰੂ ਨਹੀਂ ਕਰਨ ਦੇ ਵਾਸਤੇ ਵਿਚਾਰਾਂ ਹੋਈਆਂ। ਵਿਚਾਰਾਂ ਇਹ ਹੋਈਆਂ ਨੇ ਕਿ ਪਹਿਲਾਂ ਇੱਕ ਹਫ਼ਤਾ ਕੁਛ ਨਾ 4-5 ਮਤੇ ਨੇ, ਮਤਲਬ ਮਤੇ ਜਿਹੜੀ ਆਪਾਂ ਆਹ ਗੱਲਬਾਤ ਕੀਤੀ ਹੈ ਸਾਰੀ, ਇਸ ਤਰ੍ਹਾਂ ਦੇ ਨਾਲ ਕੁਛ 4-5 ਚੀਜ਼ਾਂ ਜਿਹੜੀਆਂ ਹੈਗੀਆਂ ਉਹ ਨਿਕਲ ਕੇ ਅੱਗੇ ਆਈਆਂ ਨੇ ਕਿ ਜਿਹੜੀਆਂ ਇਹ ਗੱਲ ਦੱਸਦੀਆਂ ਨੇ, ਇਹ ਸਿੱਧ ਕਰਦੀਆਂ ਨੇ ਕਿ ਕਿਵੇਂ ਇਹ ਗੈਰ ਕੁਦਰਤੀ ਹੈ, ਕਿਵੇਂ ਇਹ ਗੈਰ ਕਾਨੂੰਨੀ ਹੈ, ਕਿਵੇਂ ਪੰਜਾਬ ਦਾ ਜਿਹੜਾ ਇਹਨੂੰ ਰੋਕਣਾ ਕਿਉਂ ਜ਼ਰੂਰੀ ਹੈ, ਔਰ ਕਿਵੇਂ ਇਹ ਮਤਲਬ ਪੂਰੇ ਸਿਸਟਮ ਦੇ ਨਾਲ ਖਿਲਵਾੜ ਹੋਊਗਾ। ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਵਿਚਾਰੀਆਂ ਗਈਆਂ ਔਰ ਉਹਨਾਂ ਨੂੰ ਹੁਣ ਅੱਗੇ ਪਲੈਨਿੰਗ ਇਹ ਕੀਤੀ ਹੈ ਕਿ ਘੱਟੋ ਘੱਟ ਇੱਕ ਹਫ਼ਤਾ, ਆਹ ਜਿਹੜਾ ਅੱਜ ਤੋਂ ਲੈ ਕੇ ਇੱਕ ਹਫ਼ਤੇ ਤੱਕ, ਪਹਿਲਾਂ ਤਾਂ ਸਾਰੇ ਪੰਜਾਬ ਦੀਆਂ ਜਿੰਨੀਆਂ ਵੀ ਮਤਲਬ ਸੰਗਠਿਤ ਸੁਹਿਰਦ ਧਿਰਾਂ ਨੇ, ਸਾਰਿਆਂ ਦੇ ਉਹਨਾਂ ਦੇ ਧਿਆਨ ਦੇ ਵਿੱਚ ਇਸ ਗੱਲ ਨੂੰ ਲਿਆਂਦਾ ਜਾਵੇ, ਉਹਨਾਂ ਦਾ ਸਹਿਯੋਗ ਲਿਆ ਜਾਵੇ, ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਜਾਵੇ, ਵਿਚਾਰ ਕੀਤੀ ਜਾਵੇ ਉਹਨਾਂ ਨਾਲ। ਉਸ ਤੋਂ ਬਾਅਦ ਨਾਲੋਂ ਨਾਲ ਜਿਹੜਾ ਹੈਗਾ ਜਿਹੜਾ ਪ੍ਰਬੰਧਕੀ ਢਾਂਚਾ ਹੈ, ਪ੍ਰਬੰਧਕੀ ਢਾਂਚਾ ਜਿਹਦੇ ਵਿੱਚ ਪੰਜਾਬ ਸਰਕਾਰ ਵੀ ਆਉਂਦੀ ਹੈ, ਸਿੰਚਾਈ ਵਿਭਾਗ ਵੀ ਆਉਂਦੇ ਨੇ, ਈਵਨ ਇੱਥੋਂ ਤੱਕ ਕਿ ਬੇਸ਼ੱਕ ਰਾਜਸਥਾਨ ਜਾਂ ਹਰਿਆਣਾ ਦੀਆਂ ਜਿਹੜੇ ਕੋਈ ਵਿਭਾਗ ਨੇ ਜਾਂ ਉਹਨਾਂ ਦੀਆਂ ਸਰਕਾਰਾਂ ਨੇ, ਬੇਸ਼ੱਕ ਉਹਨਾਂ ਨੂੰ ਵੀ ਕਿਉਂ ਨਾ ਕੋਈ ਮੈਮੋਰੰਡਮ ਜਾਂ ਕਿਸੇ ਰੂਪ ਦੇ ਵਿੱਚ ਕੋਈ ਬੇਨਤੀਆਂ, ਸਲਾਹਾਂ ਜਾਂ ਜਿਹੜੀਆਂ ਮਾਹਰਾਂ ਦੀਆਂ ਸਲਾਹਾਂ ਜਾਂ ਇਹਦੇ ਉੱਤੇ ਪੁਨਰ ਵਿਚਾਰ ਕਰਨ ਵਾਸਤੇ ਇਹ ਸਾਰੀਆਂ ਬੇਨਤੀਆਂ ਦੀ ਪ੍ਰਕਿਰਿਆ ਦੇ ਵਿੱਚੋਂ ਲੰਘਾਂਗੇ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਮਤਲਬ ਅਗਲੇ ਸਟੈਪ ਦੇ ਵਿੱਚ ਅਸੀਂ ਇਹ ਵਿਚਾਰ ਬਣਾਇਆ ਹੈ ਕਿ ਪੂਰੇ ਇਲਾਕੇ ਏਰੀਏ ਦੇ ਵਿੱਚ ਆਮ ਸੰਗਤ ਦੇ ਨਾਲ, ਲੋਕਾਂ ਦੇ ਨਾਲ ਇਸ ਗੱਲ ਦਾ ਰਾਬਤਾ ਬਣਾਇਆ ਜਾਊਗਾ, ਕਿਉਂਕਿ ਇਹਦੇ ਵਿੱਚ ਵੀ ਇੱਕ ਨਾ ਬੜੀ ਜਦੋਂ ਸਿਸਟਮ ਆਪਣੇ ਜਿਹੜੇ ਆਪਣੇ ਸ਼ਾਹੀ ਫਰਮਾਨ ਹੈ ਉਹਨਾਂ ਨੂੰ ਲਾਗੂ ਕਰਦਾ ਹੈ ਨਾ, ਤਾਂ ਉਹਨਾਂ ਕੋਲੇ ਬੜੇ ਢੰਗ ਤਰੀਕੇ ਹੁੰਦੇ ਨੇ, ਉਹ ਬੜੀ ਸੋਚ ਸਮਝ ਕੇ। ਕੀ ਹੋਇਆ ਹੈ ਕਿ ਜਿਹੜਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਨਾ ਕਿ ਮੁਕਤਸਰ ਏਰੀਏ ਦੇ ਵਿੱਚ ਕੁਝ ਹੋ ਵੀ ਗਿਆ ਹੈ, ਕੰਕਰੀਟ ਪੈ ਗਿਆ, ਪੋਲੀਥੀਨ ਪੈ ਗਿਆ, ਉੱਥੇ ਕੁਝ ਥੋੜਾ ਜਿਹਾ ਇਲਾਕਾ ਹੈ ਜਿਹਦੇ ਵਿੱਚ ਨਾ ਸੇਮ ਦੀ ਸ਼ਿਕਾਇਤ ਹੈ। ਬਿਲਕੁਲ। ਔਰ ਉੱਥੋਂ ਗੱਲ ਦੀ ਸ਼ੁਰੂਆਤ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਉੱਥੋਂ ਦੇ ਲੋਕਾਂ ਨੂੰ ਇਹ ਲੱਗੇ ਕਿ ਇਹ ਕੰਮ ਹੋਣ ਦੇ ਨਾਲ ਜਿਹੜਾ ਹੈਗਾ ਸਾਡੇ ਏਰੀਏ ਦੀ ਸੇਮ ਘਟ ਜੇਗੀ, ਸਾਨੂੰ ਤਾਂ ਫਾਇਦਾ ਹੋ ਜਾਊਗਾ। ਸੋ ਇਹ ਜਿਹੜੀ ਆਮ ਲੋਕਾਂ ਨੂੰ ਹਿੱਸਿਆਂ ਦੇ ਵਿੱਚ ਵੰਡਣ ਦੀ ਗੱਲ ਜਿਵੇਂ ਆਪਾਂ ਅਕਸਰ ਹੀ ਕਰਦੇ ਹਾਂ ਕਿ ਰਾਜਨੀਤੀ ਕੰਮ ਹੀ ਇਹ ਕਰਦੀ ਹੈ, ਠੀਕ ਹੈ ਨਾ, ਇੱਕ ਦੂਰਦਰਸ਼ੀ ਤਸਵੀਰ ਨਹੀਂ ਦੱਸਣੀ, ਲੋਕਾਂ ਦੇ ਸਾਹਮਣੇ ਨਹੀਂ ਰੱਖਣੀ, ਸਗੋਂ ਉਹਨਾਂ ਨੂੰ ਆਪਣੇ ਏਜੰਡਿਆਂ ਦੀ ਪੂਰਤੀ ਦੇ ਵਾਸਤੇ ਲੋਕਾਂ ਨੂੰ ਮਤਲਬ ਸ਼ਾਰਟ ਟਰਮ ਬੈਨੀਫਿਟਸ ਤੇ ਹੋਰ ਇਹੋ ਜਿਹੇ ਢੰਗ ਤਰੀਕੇ ਵਰਤ ਕੇ ਉਹਦੇ ਚ ਅੱਗੇ ਵਧਣਾ। ਸੇਮ ਉਹੀ ਗੱਲ ਹੋ ਗਈ ਜਿਵੇਂ ਪੰਜਾਬ ਦੀ ਇੱਕ ਸਰਕਾਰ ਦੇ ਵੱਲੋਂ ਜਿਹੜੇ ਲੋਕਾਂ ਨੂੰ ਕਹਿੰਦੇ ਸੀ ਅਸੀਂ ਤਾਂ ਤੁਹਾਡੇ ਹਾਂ, ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਹੁਣ ਤੁਸੀਂ ਘਰੇ ਬੈਠੇ ਬਟਨ ਨੱਪੋਗੇ, ਮੋਟਰ ਤੇ ਜਾ ਕੇ ਬਟਨ ਨੱਪੋਗੇ ਤੇ ਤੁਹਾਡੇ ਖੇਤਾਂ ਨੂੰ ਪਾਣੀ ਲੱਗ ਜਾਣਾ ਹੈ। ਤੇ ਉਦੋਂ ਵੀ ਲੋਕਾਂ ਨੂੰ ਲੱਗਿਆ ਕਿ ਸਾਡੇ ਫਾਇਦੇ ਦਾ ਸੌਦਾ। ਜਿਹੜੇ ਖਾਲ ਨਹਿਰਾਂ ਦੀ ਆਪਾਂ ਗੱਲ ਕੀਤੀ, ਜਿਹੜੀ ਛੋਟੀਆਂ ਕੱਸੀਆਂ ਦੀ ਗੱਲ ਕੀਤੀ, ਲੋਕਾਂ ਦੇ ਹੱਥੋਂ ਹੀ ਵਹਾ ਦਿੱਤੇ ਗਏ ਕਿ ਜਿਹੜਾ ਹੁਣ ਤਾਂ ਤੁਸੀਂ ਬਟਨ ਨੱਪ ਕੇ ਪਾਣੀ ਕੱਢ ਲੈਣਾ। ਉਸੇ ਤਰੀਕੇ ਨਾਲ ਮੁਕਤਸਰ ਸਾਈਡ ਵਾਲੇ ਲੋਕਾਂ ਨੂੰ ਇਹ ਕਿਹਾ ਗਿਆ ਕਿ ਸੇਮ ਨੂੰ ਖਤਮ ਕਰਨ ਦੇ ਲਈ ਅਸੀਂ ਉਪਰਾਲੇ ਕਰ ਰਹੇ ਹਾਂ। ਇਹੀ ਹੁੰਦਾ। ਸੋ ਇੱਥੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਅਸੀਂ ਦੇਖੋ ਇੱਕ ਸੁਲਝੀ ਵਿਚਾਰ ਹੈ, ਜਿਹੜੀ ਸੁਲਝੀ ਵਿਚਾਰ ਇਹ ਕਹਿੰਦੀ ਹੈ ਕਿ ਦੇਖੋ ਜਿਨ੍ਹਾਂ ਲੋਕਾਂ ਨੇ ਕੋਈ ਅਹੁਦੇ ਕੁਰਸੀਆਂ ਦੇ ਬੈਨੀਫਿਟਸ ਮੰਨਣੇ ਨੇ
ਉਹਨਾਂ ਦੀ ਤਾਂ ਭਾਈ ਨਜ਼ਰੀਆ ਆਪਣਾ ਹੋ ਸਕਦਾ, ਪਰ ਜਿਹੜੇ ਮਤਲਬ ਸਮਾਜ ਦੇ ਵਿੱਚ ਜਿਹੜੇ ਸੂਝਵਾਨ ਲੋਕ ਹੈ ਉਹਨਾਂ ਨੇ ਤਾਂ ਆਪਣਾ ਨਜ਼ਰੀਆ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਹੀ ਦੇਣਾ ਹੈ, ਉਹ ਨਜ਼ਰੀਆ ਦੇਣਾ ਹੈ ਜਿਹੜਾ ਪੂਰੀ ਮਨੁੱਖਤਾ ਦੇ ਲੰਬੇ ਸਮੇਂ ਦੇ ਵਾਸਤੇ ਫਾਇਦੇ ਦੇ ਵਿੱਚ ਹੋਵੇ। ਹੁਣ ਉਹ ਨਜ਼ਰੀਆ ਜਿਹੜਾ ਹੈਗਾ ਉਹ ਇਹ ਕਹਿੰਦਾ ਕਿ ਅਜਿਹੀਆਂ ਗਤੀਵਿਧੀਆਂ ਜਿਹੜੀਆਂ ਇਹ ਰੁਕਣੀਆਂ ਚਾਹੀਦੀਆਂ, ਇਹ ਨਹੀਂ ਹੋਣੀਆਂ ਚਾਹੀਦੀਆਂ। ਹੁਣ ਰੁਕਣ ਵਾਲੇ ਜਿਹੜੇ ਹੈਗੇ ਆ ਜਾਂ ਇਹਨਾਂ ਨੂੰ ਕਰਨ ਵਾਲੇ ਜਿਹੜੇ ਲੋਕ ਨੇ, ਜਿਹੜੇ ਪ੍ਰਬੰਧ ਨੂੰ ਚਲਾ ਰਹੇ ਲੋਕ ਨੇ, ਹੁਣ ਇਹ ਉਹਨਾਂ ਤੇ ਮਨਸਰ ਹੈ ਵੀ ਉਹਨਾਂ ਨੂੰ ਇਹਨਾਂ ਗੱਲਾਂ ਨੂੰ ਵਿਚਾਰਨਾ ਚਾਹੀਦਾ, ਇਹਨਾਂ ਗੱਲਾਂ ਤੋਂ ਪਿੱਛੇ ਹਟਣਾ ਚਾਹੀਦਾ। ਔਰ ਜਿਹੜੇ ਮਤਲਬ ਲੰਬੇ ਸਮੇਂ ਦੇ ਵਿੱਚ ਲੋਕਾਂ ਦੇ ਇਲਾਕੇ ਦੇ, ਪੂਰੀ ਮਨੁੱਖਤਾ ਦੇ, ਪੂਰੀ ਵੈਜੀਟੇਸ਼ਨ ਦੇ ਅਗੇਂਸਟ ਜਾ ਰਹੇ ਨੇ ਜਿਹੜੇ ਫੈਸਲੇ, ਉਹਨਾਂ ਨੂੰ ਕਰਨ ਦੀ ਜ਼ਰੂਰਤ ਕੀ ਹੈਗੀ ਆ। ਸੋ ਇੱਕ ਤਾਂ ਇਹ ਹੈਗਾ। ਦੂਸਰਾ ਇਹ ਹੈਗਾ ਕਿ ਜਿਹੜੀ ਮਤਲਬ ਜਿਹੜਾ ਐਂਗਲ ਇੱਕ ਇਸ ਤਰ੍ਹਾਂ ਦਾ ਉੱਭਰ ਜਾਂਦਾ ਹੈ, ਜਿਸ ਤਰ੍ਹਾਂ ਤੁਹਾਡੇ ਸਵਾਲ ਦੇ ਵਿੱਚ ਵੀ ਸੀਗਾ ਕਿ ਮੋਰਚੇ ਲੱਗ ਜਾਂਦੇ ਨੇ ਜਗ੍ਹਾ ਜਗ੍ਹਾ 'ਤੇ, ਜਾਂ ਲਾਉਣੇ ਕਿਉਂ ਜ਼ਰੂਰੀ ਨੇ, ਜਾਂ ਇੱਥੇ ਲਾਉਣਾ ਚਾਹੀਦਾ ਕਿ ਉੱਥੇ ਲਾਉਣਾ ਚਾਹੀਦਾ ਹੈ, ਜਾਂ ਇਹ ਮੁੱਦਾ ਅਹਿਮ ਹੈ ਕਿ ਉਹ ਮੁੱਦਾ ਅਹਿਮ ਹੈ। ਇਹ ਸਾਰੇ ਸਵਾਲ ਤਾਂ ਸਾਡੇ ਸਾਹਮਣੇ ਖੜਨਗੇ। ਕਿਉਂ ਖੜਨਗੇ? ਕਿਉਂਕਿ ਅਸੀਂ ਨਾ ਲੰਬੇ ਸਮੇਂ ਦੀ ਨੀਂਦ ਤੋਂ ਉੱਠੇ ਹਾਂ। ਅਸੀਂ ਜਿਹੜੀ ਪਿਛਲੀ 30-40 ਸਾਲਾਂ ਦੀ ਜਿਹੜੀ ਰਾਜਨੀਤੀ ਨੇ ਸਾਨੂੰ ਜਿਹੜਾ ਨਾ ਮਤਲਬ ਜਿਸ ਤਰ੍ਹਾਂ ਦੀ ਸਾਡੀ ਸੋਚ ਘੜੀ ਸੀ ਸਾਡੇ ਲੋਕਾਂ ਦੀ, ਉਸ ਸੋਚ ਦੇ ਵਿੱਚ ਇੱਕ ਤਬਦੀਲੀ ਆਈ ਹੈ। ਸੋ ਇਸ ਕਰਕੇ ਇਹ ਗੱਲਾਂ ਦੇ ਉੱਪਰ ਵਿਚਾਰ ਤਾਂ ਹੋਏਗੀ। ਹੁਣ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਮੇਰੇ ਵੀ ਸੁਣਨ ਦੇ ਵਿੱਚ ਆਇਆ ਸੀਗਾ ਕਿ ਕੁਝ 5-6 ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਵੀ ਜਿਹੜੀਆਂ, ਉਹ ਵੀ ਚੰਡੀਗੜ੍ਹ ਦੇ ਲਾਗੇ ਛਾਗੇ ਕਿਤੇ ਕੋਈ ਮਤਲਬ ਪਾਣੀਆਂ ਦੇ ਮੁੱਦੇ ਦੇ ਉੱਤੇ ਇੱਕ ਮੋਰਚਾ ਲਾਉਣ ਦੀ ਤਿਆਰੀ ਕਰ ਰਹੇ ਸੀ। ਉਸ ਤੋਂ ਬਾਅਦ ਚਲੋ ਉਹਨਾਂ ਨੂੰ ਇਸ ਕਰਕੇ ਪੋਸਟਪੋਨ ਕਰਨਾ ਪਿਆ ਕਿ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗ ਗਿਆ। ਸੋ ਇਹ ਮਤਲਬ ਮੇਰਾ ਕਹਿਣ ਤੋਂ ਭਾਵ ਇਹਦਾ ਇਹ ਹੈ ਕਿ ਇਹ ਮੁੱਦੇ ਤਾਂ ਇਹ ਬਹੁਤ ਪੁਰਾਣੇ ਨੇ ਔਰ ਬਹੁਤ ਅਹਿਮ ਨੇ, ਔਰ ਪੂਰੀ ਮਨੁੱਖਤਾ ਦੇ ਨਾਲ ਇਹਦੇ ਵਿੱਚ ਕਿਸੇ ਕਿਸਾਨ ਦਾ ਇਕੱਲਾ ਮਸਲਾ ਨਹੀਂ ਹੈਗਾ। ਇਹ ਤਾਂ ਮਤਲਬ ਜਿਹੜਾ ਹੈਗਾ ਪਾਣੀ ਦੀ ਗੁਣਵੱਤਾ ਜਿਹੜੀ ਹੈ ਉਹਨੂੰ ਵੀ ਅਫੈਕਟ ਕਰਦੀਆਂ ਨੇ ਇਹ ਗੱਲਾਂ। ਜਦੋਂ ਤੁਸੀਂ ਕਿਸੇ ਇਲਾਕੇ ਦੇ ਵਿੱਚੋਂ ਦੀ ਕੰਕਰੀਟ ਕੀਤੀਆਂ ਹੋਈਆਂ ਨਹਿਰਾਂ, ਪੋਲੀਥੀਨ ਥੱਲੇ ਪਾਏ ਹੋਏ ਉਹ ਨਹਿਰਾਂ ਨਿਕਲਣਗੀਆਂ, ਤਾਂ ਉੱਥੋਂ ਦੀ ਸੀਪੇਜ, ਉੱਥੋਂ ਦਾ ਜਿਹੜਾ ਕੁਦਰਤੀ ਪ੍ਰਬੰਧ ਹੈ, ਸਾਰਾ ਜਿਹੜਾ ਕੁਦਰਤ ਦਾ ਇੱਕ ਬਣਿਆ ਹੋਇਆ ਜਿਹੜਾ ਸਿਸਟਮ ਹੈ, ਉਹ ਡਿਸਟਰਬ ਹੁੰਦਾ। ਤਾਂ ਉਹਦੇ ਨਾਲ ਜਿਹੜਾ ਹੈਗਾ ਥੱਲੇ ਵਾਲਾ ਗਰਾਊਂਡ ਵਾਟਰ ਹੈ ਜਿਹੜਾ, ਉਹਦੀ ਵੀ ਗੁਣਵੱਤਾ ਬਦਲ ਜਾਂਦੀ ਹੈ। ਤਾਂ ਫਿਰ ਲੋਕ ਕਿਸ ਤਰੀਕੇ ਨਾਲ ਪਾਣੀ ਦਾ ਮਤਲਬ ਕਿੱਥੋਂ ਵਰਤੋਂ ਹੋਏਗੀ? ਕਿਉਂ ਅਸੀਂ ਡਿਸਟਰਬ ਹੀ ਕਰ ਰਹੇ ਹਾਂ ਨਾ ਫਿਰ ਉਹਦੇ ਵਿੱਚ। ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਪ੍ਰੂਵਡ ਨੇ। ਇਹ ਗੱਲ ਜਿਹੜੀ ਹੈ ਪੂਰੀ ਦੁਨੀਆ ਦੇ ਅੱਗੇ ਰੱਖਣ ਦੀ ਜ਼ਰੂਰਤ ਸੀ ਔਰ ਰੱਖੀ ਜਾਣੀ ਚਾਹੀਦੀ ਹੈ। ਲੋਕਾਂ ਨੂੰ ਇਹਦੇ ਵੱਲ ਧਿਆਨ ਕਰਨਾ ਚਾਹੀਦਾ। ਲੋਕਾਂ ਨੂੰ ਇਸ ਮਸਲੇ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਜਿਹੜੇ ਸਿਸਟਮ ਦੇ ਛੜਯੰਤਰ ਨੇ ਕਿ ਰਾਜਸਥਾਨ ਵਰਸਸ ਪੰਜਾਬ, ਹਰਿਆਣਾ ਵਰਸਸ ਪੰਜਾਬ, ਹਿੰਦੂ ਵਰਸਸ ਸਿੱਖ, ਆਹ ਜਾਤ ਵਰਸਸ ਆਹ ਜਾਤ, ਇਹ ਸਾਰੀਆਂ ਗੱਲਾਂ ਦੇ ਵਿੱਚੋਂ ਨਿਕਲਣ ਦਾ ਤਰੀਕਾ ਹੀ ਇਹ ਹੈ ਕਿ ਸਾਡੀ ਮਨੁੱਖਤਾ ਦੇ ਨੂੰ ਦਰਪੇਸ਼ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਵੱਲ ਸਾਡਾ ਧਿਆਨ ਹੋਵੇ। ਅਸੀਂ ਉਹਨਾਂ ਦੇ ਉੱਤੇ ਆਪਣੇ ਨਜ਼ਰੀਆ ਤਿੱਖਾ ਕਰੀਏ ਔਰ ਨਜ਼ਰਸਾਨੀ ਕਰੀਏ ਔਰ ਆਪਣੀ એનર્ਜੀ ਜਿਹੜੀ, ਆਪਣਾ ਧਿਆਨ ਹੈ ਜਿਹੜਾ ਉਹਨਾਂ ਦੇ ਉੱਤੇ ਰੱਖੀਏ, ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ, ਹੁਣ ਜਿਸ ਤਰ੍ਹਾਂ ਇਹ ਮਸਲੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਪਾਣੀ ਦਾ ਮਸਲਾ ਜਿਹੜਾ ਹੈਗਾ ਇਕੱਲੇ ਕਿਸਾਨ ਦੇ ਨਾਲ ਨਹੀਂ ਹੈ ਸੰਬੰਧਿਤ। ਪੂਰੀ ਉਸ ਜਿਨ੍ਹਾਂ ਇਲਾਕਿਆਂ ਦੇ ਵਿੱਚੋਂ ਦੀ ਜਾਣਾ ਹੈ, ਜਿਸ ਏਰੀਏ ਦੇ ਵਿੱਚੋਂ ਦੀ ਜਾਣਾ ਹੈ, ਉੱਥੋਂ ਦੇ ਜਨ ਜੀਵਨ ਵਾਸਤੇ, ਸਾਰੇ ਵਾਸਤੇ, ਔਰ ਉੱਥੇ ਕਿਸੇ ਵੀ ਜਾਤ ਧਰਮ ਦੇ ਲੋਕ ਰਹਿੰਦੇ ਹੋਣ, ਉਹਨਾਂ ਸਭ ਦੇ ਲਈ ਉਹ ਕੋਈ ਵੀ ਕਿੱਤਾ ਕਰਦੇ ਹੋਣ। ਜੇ ਕੋਈ ਦੁਕਾਨਦਾਰ ਹੈ ਤਾਂ ਉਹਨੂੰ ਵੀ ਤਾਂ ਚਾਹੀਦਾ। ਡਾਕਟਰ ਸਾਹਿਬ ਮੇਰਾ ਇੱਕ ਸਵਾਲ ਹੈ ਜੀ, ਹੋ ਸਕਦਾ ਵੀ ਲੋਕਾਂ ਦੇ ਵੀ ਸਵਾਲ, ਦਰਸ਼ਕਾਂ ਦੇ ਸਵਾਲ ਥੱਲੇ ਆ ਰਹੇ ਹੋਣਗੇ। ਇੱਕ ਪਾਸੇ ਤਾਂ ਸਰਕਾਰ ਹੁਣ ਜਿਹੜੇ ਟਿਊਬਵੈੱਲ ਲੱਗੇ ਹੋਏ ਨੇ ਖੇਤਾਂ ਵਿੱਚ ਜਾਂ ਘਰਾਂ ਵਿੱਚ ਲੱਗੀਆਂ ਹੋਈਆਂ ਮੋਟਰਾਂ, ਉਹਨਾਂ ਦੇ ਉੱਪਰ ਮੀਟਰ ਵੀ ਲੱਗਣ ਜਾ ਰਹੇ ਨੇ। ਸਰਕਾਰ ਲਾ ਰਹੀ ਹੈ ਵੀ ਕਿੰਨਾ ਪਾਣੀ ਨਿਕਲਦਾ ਹੈ, ਦੁਰਵਰਤੋਂ ਪਾਣੀ ਦੀ ਨਾ ਹੋਵੇ। ਤੇ ਦੂਸਰੇ ਪਾਸੇ ਕਰੀਬ 800 ਕਰੋੜ ਰੁਪਈਆ ਇਸ ਵਾਸਤੇ ਰੱਖ ਲਿਆ ਜਾਂਦਾ ਹੈ ਇਹ ਨਹਿਰਾਂ ਜਿਹੜੀਆਂ ਇਹ ਪੱਕੀਆਂ ਕੀਤੀਆਂ ਜਾਣਗੀਆਂ। ਇਹਦੀ ਸਮਝ ਨਹੀਂ ਆਈ, ਲੋਕ ਵੀ ਸਮਝਣਾ ਚਾਹੁੰਦੇ ਆ। ਤੇ ਇਹ ਜਦੋਂ ਇਹ ਨਹਿਰ ਕੱਢੀ ਗਈ, ਜਦੋਂ ਰਾਜਾ ਗੰਗਾ ਸਿੰਘ ਦਾ ਉੱਥੇ ਕਾਰਜਕਾਰ ਸੀਗਾ, ਉਦੋਂ ਇਹ ਨਹਿਰ ਬਣਾਈ ਜਾਂਦੀ ਹੈ। ਉਸ ਸਮੇਂ ਇਸ ਪਾਣੀ ਦੀ ਰੈਇਲਟੀ ਵੀ ਵਸੂਲੀ ਜਾਂਦੀ ਹੈ। ਇਸ ਪਾਣੀ ਦੇ ਪੈਸੇ ਲੈਂਦਾ ਰਿਹਾ ਹੈ ਪੰਜਾਬ ਰਾਜਸਥਾਨ ਦੇ ਕੋਲੋਂ, ਪਰ ਅੱਜ ਪਾਣੀ ਵੀ ਮੁਫਤ ਦਿੱਤਾ ਜਾ ਰਿਹਾ ਹੈ, ਕੰਕਰੀਟੀਕਰਨ ਵੀ ਕੀਤਾ ਜਾ ਰਿਹਾ ਤੇ ਕੰਕਰੀਟੀਕਰਨ ਦੇ ਉੱਤੇ ਪੈਸਾ ਵੀ ਸਾਡਾ ਲਗਾਇਆ ਜਾ ਰਿਹਾ। ਬਿਲਕੁਲ, ਪਾਸੇ ਪਾਣੀ ਬਚਾਉਣ ਦੀ ਤੇ ਦੂਸਰੇ ਪਾਸੇ ਪਾਣੀ ਪਹੁੰਚਾਉਣ ਦੀ। ਬਿਲਕੁਲ। ਹੁਣ ਦੇਖੋ ਇਹੀ ਹੀ ਤਾਂ ਸਾਰੀ ਜਿਹੜੀ ਹੈ ਨਾ, ਇਹੀ ਸਾਰੀ ਸਮਝਣ ਵਾਲੀ ਗੱਲ ਹੈ
ਇੱਕ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਇਹ ਜਿਹੜੀ ਰਾਜਸਥਾਨ ਕਨਾਲ ਜਾਂ ਇੰਦਰਾ ਕਨਾਲ ਜਿਹੜੀ ਹੈ ਨਾ, ਜਿਹੜੀ ਵੱਡੀ ਹਰੀਕੇ ਪੱਤਨ ਤੋਂ ਨਿਕਲਦੀ ਹੈ, ਹਰੀਕੇ ਹੈਡਵਰਕਸ ਤੋਂ ਨਿਕਲਦੀ ਹੈ, ਇਹਦੇ ਤੋਂ ਬਿਨਾਂ ਇੱਕ ਗੰਗ ਕਨਾਲ ਜਿਹੜੀ ਹੈ ਨਾ ਗੁਰਦਿੱਤੀ ਵਾਲਾ ਤੋਂ ਨਿਕਲਦੀ ਹੈ, ਉਹ ਕਨਾਲ ਹੈ ਜਿਹਦੀ ਤੁਸੀਂ ਜ਼ਿਕਰ ਕਰ ਰਹੇ ਹੋ, ਜਿਹਦੀ ਰਾਇਲਟੀ ਵੀ ਕਿਸੇ, ਇਹਦਾ ਤਾਂ ਕਿਤੇ ਰਾਇਲਟੀ ਮਿਲਣ ਦਾ ਮਸਲਾ ਹੀ ਨਹੀਂ ਹੋਇਆ, ਇਹਦਾ ਤਾਂ ਕੁਝ ਵੀ ਨਹੀਂ ਮਿਲਿਆ। ਇਹਦਾ ਤਾਂ ਈਵਨ ਇੱਥੋਂ ਤੱਕ ਹੈਗਾ ਹੈ ਕਿ ਕੁਝ ਸਮਾਂ ਪਹਿਲਾਂ ਅਸੀਂ 1 ਪੈਸਾ ਪ੍ਰਤੀ ਲੀਟਰ ਦੇ ਨਾਂ ਤੇ ਇੱਕ ਨਾਅਰਾ ਦਿੱਤਾ ਸੀਗਾ, ਤੇ ਉੱਥੇ ਉਹਦੇ ਸਬੰਧ ਦੇ ਵਿੱਚ ਇੱਕ ਸੁਪਰੀਮ ਹਾਈ ਕੋਰਟ ਦੇ ਵਿੱਚ ਕੇਸ ਵੀ ਦਰਜ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਦ ਕਿ ਸਾਡਾ ਸਿਸਟਮ ਕਿਤੇ ਖੜਨ ਹੀ ਨਹੀਂ ਦਿੰਦਾ ਇਹਨਾਂ ਗੱਲਾਂ ਨੂੰ, ਪਤਾ ਨਹੀਂ ਕਿਸ ਤਰੀਕੇ ਦਾ ਮਤਲਬ ਡਿਜ਼ਾਈਨ ਹੋਇਆ ਹੈ। ਤਾਂ ਉਦੋਂ ਗੱਲ ਦੀ ਇੱਕ ਦਾ ਪਤਾ ਲੱਗਿਆ ਸੀਗਾ ਕਿ ਅਸਲ ਦੇ ਵਿੱਚ ਜਦੋਂ ਇਹ ਨਹਿਰ ਕੱਢਣ ਦਾ ਫੈਸਲਾ ਹੁੰਦਾ ਹੈ ਤਾਂ ਉਸ ਵੇਲੇ ਫੈਸਲਾ ਇਹ ਹੈ ਕਿ ਉਹਦੀਆਂ ਜਿਹੜੀਆਂ ਨੋਟਿੰਗਸ ਹੈਗੀਆਂ ਨੇ ਉਹਨਾਂ ਮੀਟਿੰਗਸ ਦੀਆਂ, ਉਹਦੇ ਵਿੱਚ ਇਹ ਬਕਾਇਦਾ ਤੌਰ ਤੇ ਦਰਜ ਹੈ ਕਿ ਇਸ ਪਾਣੀ ਦੇ ਇਵਜ਼ ਦੇ ਵਿੱਚ ਪੰਜਾਬ ਨੂੰ ਕੀ ਦੇਣਾ, ਇਹ ਅੱਗੇ ਜਾ ਕੇ ਨਿਰਣਾ ਕੀਤਾ ਜਾਊਗਾ। ਉਹ ਨਿਰਣੇ ਅਜੇ ਅੱਜ ਤੱਕ ਨਹੀਂ ਹੋਏ। ਸੋ ਉਹ ਪੰਜਾਬ ਕਿਤੇ ਨਾ ਕਿਤੇ ਮਤਲਬ ਇਹਨਾਂ ਗੱਲਾਂ ਦੀ ਮਾਰ ਝੱਲਿਆ। ਸ਼ਾਇਦ ਇਹੀ ਕਾਰਨ ਹੈ ਕਿ ਅੱਜ 60 ਲੱਖ ਟਿਊਬਵੈਲ 60-70 ਲੱਖ ਟਿਊਬਵੈਲ ਜਿਹੜਾ ਹੈਗਾ ਉਹ ਧਰਤੀ ਦੀ ਹਿੱਕ ਪਾੜ ਕੇ ਥਾਂ ਤੇ ਲੱਗਿਆ ਪਿਆ ਹੈਗਾ। ਸੋ ਇਹ ਤਾਂ ਮਤਲਬ ਇੱਕ ਇਹ ਮਸਲਾ। ਦੂਸਰਾ ਜਿਸ ਐਂਗਲ ਤੋਂ ਆਪਾਂ ਗੱਲ ਕੀਤੀ ਹੈ ਨਾ ਕਿ ਮਤਲਬ ਇੱਕ ਪਾਸੇ ਤਾਂ ਇਹਨਾਂ ਦਾ ਕੰਕਰੀਟੀਕਰਨ ਕਰਨਾ ਔਰ ਦੂਸਰੇ ਪਾਸੇ ਜਿਹੜਾ ਹੈਗਾ ਪਾਣੀ ਦੇ ਉੱਪਰ ਮੀਟਰ ਲਾਉਣੇ ਹੈ, ਪਾਣੀ ਦੀ ਵਰਤੋਂ। ਪਹਿਲਾਂ ਘਾਟ ਪਾਣੀ ਦੀ ਜਿਹੜੀ ਹੈ ਉਹ ਸਾਡੇ ਸਾਹਮਣੇ ਖੜੀ ਹੋਈ, ਧਰਤੀ ਦੇ ਹੇਠੋਂ ਕੱਢਦੇ ਅਸੀਂ 10 ਫੁੱਟ ਤੋਂ ਚੱਲੇ ਹੋਏ ਸੀ। ਨਲਕੇ ਦਾ ਜਿਹੜਾ ਬੋਰ ਸੀ ਨਾ, ਨਲਕੇ ਦਾ ਉਹ ਇੱਕ 15 ਕੁ ਫੁੱਟ ਦੀ ਇੱਕ ਪਾਈਪ ਹੁੰਦੀ ਸੀ, ਉਹ ਲਾਤਾ ਜਾਂਦਾ ਸੀ, ਹੈਂਡ ਪੰਪ ਚਲਾਓ ਤੇ ਪਾਣੀ ਧਰਤੀ ਚੋਂ ਪੀਓ ਔਰ ਸ਼ਰਬਤ ਵਰਗਾ ਪਾਣੀ ਹੁੰਦਾ ਸੀ। ਉੱਥੋਂ ਚੱਲਦੇ ਅਸੀਂ 500 ਤੋਂ 700 ਫੁੱਟ ਤੱਕ ਵਾਲੇ ਸਮਰਸੀਬਲ ਮੋਟਰਾਂ ਤੇ ਆ ਗਏ। ਸੋ ਇਹਦੇ ਨਾਲ ਕੀ ਹੋਇਆ, ਨਾਲ ਰਿਪੋਰਟਸ ਆ ਰਹੀਆਂ ਨੇ, ਪਿਛਲੇ ਸਮੇਂ ਦੇ ਵਿੱਚ ਅਧਿਐਨ ਹੋ ਰਿਹਾ ਕਿ ਪਾਣੀ ਦਾ ਪੱਧਰ ਪੰਜਾਬ ਦੇ ਫਲਾਨਾ ਬਲਾਕ ਜਿਹੜਾ ਹੈਗਾ ਰੈੱਡ ਜ਼ੋਨ 'ਚ ਚਲਾ ਗਿਆ, ਫਲਾਣੇ ਬਲਾਕ ਦੇ ਵਿੱਚ ਪਾਣੀ 10 ਸਾਲਾਂ ਦਾ ਰਹਿ ਗਿਆ, ਇੱਦਾਂ ਰਹਿ ਗਿਆ। ਇਹ ਸਾਰੀ ਚੀਜ਼ ਦਾ ਵੀ ਮਤਲਬ ਕੀ ਹੈ? ਠੀਕ ਹੈ, ਪੈਦਾ ਕਿਹਨੇ ਕੀਤੇ ਆ ਇਹ ਸਾਡੇ ਰਾਜਨੀਤਿਕ ਸਿਸਟਮ ਨੇ, ਸਾਡੇ ਪ੍ਰਬੰਧਕੀ ਢਾਂਚੇ ਨੇ ਇਹ ਹਾਲਾਤ ਪੈਦਾ ਕੀਤੇ ਨਾ। ਪਰ ਹੱਲ ਕੋਈ ਨਹੀਂ ਕਰਨਾ, ਉਹਨੂੰ ਮਤਲਬ ਜਿਹੜਾ ਹੈਗਾ ਸਾਡੇ ਹੀ ਲੋਕਾਂ ਦਾ, ਤਾਂ ਕਿ ਨਜ਼ਰੀਆ ਇਹ ਬਣ ਜਾਵੇ ਕਿ ਜਦੋਂ ਅਸੀਂ ਮੀਟਰ ਲਾਵਾਂਗੇ ਉਦੋਂ ਫਿਰ ਲੋਕ ਕਹਿਣ ਵੀ ਹਾਂਜੀ ਪਾਣੀ ਤਾਂ ਸਾਡੇ ਕੋਲੇ ਹੈ ਹੀ ਬਹੁਤ ਥੋੜਾ, ਪਾਣੀ ਤਾਂ ਅਸੀਂ ਮੁਕਾਈ ਬੈਠੇ ਆ ਤੇ ਮੀਟਰ ਲਾਉਣੇ ਕਿਉਂ ਨਹੀਂ ਜ਼ਰੂਰੀ। ਸੋ ਤੁਹਾਨੂੰ ਪਾਣੀ ਦੇ ਟੈਕਸ ਵੀ ਦੇਣੇ ਪੈ ਜਾਣ, ਤੁਹਾਡਾ ਸਮਾਜ ਆਪਣੇ ਆਪ ਹੀ ਸਹਿਮਤ ਹੋ ਜੇ। ਅੱਧੋਂ ਵੱਧ ਮੇਰੇ ਵਰਗੇ ਗੁਣੀ ਗਿਆਨੀ ਜਿਹੜੇ ਹੈਗੇ ਆ ਉਹ ਨਾਲ ਦੀ ਨਾਲ ਕਹਿਣ ਵੀ ਹਾਂ ਕਿਉਂ ਨਹੀਂ, ਇਹ ਤਾਂ ਪਾਣੀ ਜਿਹੜਾ ਹੈਗਾ ਭਾਈ, ਜਦੋਂ ਪਾਣੀ ਹੈ ਹੀ ਇੰਨਾ ਥੋੜਾ ਤੇ ਇਹਦੀ ਰੈਗੂਲਾਈਜੇਸ਼ਨ ਜਿਹੜੀ ਹੈਗੀ ਹੈ ਇਹ ਬਹੁਤ ਜ਼ਰੂਰੀ ਹੋ ਗਈ। ਇਹ ਤੇ ਮੀਟਰ ਲੱਗਣ, ਇਹਦਾ ਕੋਈ ਹਰਜਾਨਾ ਪਵੇ ਲੋਕਾਂ ਨੂੰ, ਤਾਂ ਕਿ ਲੋਕ ਇਹਦੀ ਸੁਚੱਜੀ ਵਰਤੋਂ ਕਰਨ। ਸੁਚੱਜੀ ਵਰਤੋਂ ਕਰਨਾ ਇੱਕ ਅਲੱਗ ਵਿਸ਼ਾ ਹੈ। ਸੁਚੱਜੀ ਵਰਤੋਂ ਦੇ ਵਾਸਤੇ ਤਾਂ ਸਾਨੂੰ ਗੁਰਬਾਣੀ ਦੇ ਵਿੱਚ ਵੀ ਮਤਲਬ ਜਿਹੜਾ ਹੈਗਾ ਨਾਨਕ ਪਾਤਸ਼ਾਹ ਨੇ ਵੀ ਦੱਸਿਆ ਹੋਇਆ ਹੈ। ਠੀਕ ਹੈ, ਸੁਚੱਜੀ ਵਰਤੋਂ ਜਿਹੜੀ ਹੈਗੀ ਆ ਉਹ ਮੀਟਰ ਲਾ ਕੇ ਨਹੀਂ ਹੁੰਦੀ, ਉਹ ਲੋਕਾਂ ਦੇ ਉੱਪਰ ਟੈਕਸ ਲਾ ਕੇ ਬੋਝ ਪਾ ਕੇ ਨਹੀਂ ਹੁੰਦੀ। ਸੁਚੱਜੀ ਵਰਤੋਂ ਤਾਂ ਲੋਕ ਚੇਤਨਾ ਦੇ ਵਿੱਚ ਉਹਨਾਂ ਵਿਸ਼ਿਆਂ ਦੀ ਮਹੱਤਤਾ ਉਜਾਗਰ ਕਰਨ ਨਾਲ ਹੁੰਦੀ ਹੈ। ਸੋ ਮਸਲਾ ਇਹ ਨਹੀਂ ਹੈਗਾ ਕਿ ਪਾਣੀ ਦੇ ਉੱਪਰ ਜਿਹੜੇ ਹੈਗੇ ਆ ਥੱਲਿਓਂ ਟਿਊਬਵੈਲਸ ਦੇ ਰਾਹੀਂ ਜਦੋਂ ਕੱਢਾਂਗੇ, ਜਦੋਂ ਅਸੀਂ ਇਸ ਕਦਰ ਮਤਲਬ ਥੱਲੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਕੇ ਔਰ ਅਸੀਂ ਕੋਈ ਮਤਲਬ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਿਸਟਮ ਦਿੱਤਾ, ਜਿਹੜਾ ਹੁਣ ਵਿਸਥਾਰ ਦੇ ਵਿੱਚ ਗੱਲ ਤਾਂ ਬਹੁਤ ਲੰਬੀ ਹੋ ਜਾਂਦੀ ਹੈ ਵੀ ਜਿਹੜਾ ਕਣਕ ਝੋਨੇ ਦਾ ਜਿਹੜਾ ਮਾਡਲ ਆਇਆ ਤਾਂ ਉਹਦੇ ਵਿੱਚ ਮਤਲਬ ਝੋਨੇ ਦੇ ਵਾਸਤੇ ਹੀ ਟਿਊਬਵੈਲਸ ਇੰਨੇ ਲੱਗੇ ਨਾ, ਔਰ ਝੋਨੇ ਦੀ ਲੋੜ ਕਿੱਥੋਂ ਪਈ, ਇਹ ਕੌਣ ਲੈ ਕੇ ਆਇਆ? ਇਹ ਵੀ ਤਾਂ ਸਿਸਟਮ ਹੀ ਲੈ ਕੇ ਆਇਆ ਨਾ। ਸੋ ਸਾਡੇ ਕਿਸਾਨਾਂ ਨੂੰ ਕਿਹਨੇ ਸੇਧ ਦੇਣੀ ਸੀ? ਕਿਉਂ ਇਹ ਹਾਲਾਤ ਪੈਦਾ ਹੋਏ ਔਰ ਕਿਉਂ ਅੱਜ ਵਾਲੀ ਜਗ੍ਹਾ ਦੇ ਉੱਪਰ ਗਏ? ਔਰ ਜੇ ਇਹ ਹੋਏ ਤਾਂ ਅੱਜ ਫਿਰ ਉਧਰੋਂ ਨਾਲ ਬਰਾਬਰ ਤੇ ਨਹਿਰਾਂ ਦਾ ਕੰਕਰੀਟੀਕਰਨ ਕਰਕੇ ਔਰ ਉੱਥੇ ਵੀ ਕੋਈ ਟਾਹਲੀ ਦਰਖਤ ਵੀ ਨਾ, ਕਿੱਕਰ ਟਾਹਲੀ ਵੀ ਨਾ ਪਾਸੇ ਆਸੇ ਹੋ ਜੇ, ਉਹਦੇ ਤੇ ਵੀ ਲੱਗ ਰਹੀ ਹੈ, ਤਾਂ ਫਿਰ ਸਾਨੂੰ ਇਹ ਵਿਚਾਰਨਾ ਤਾਂ ਪੈਣਾ ਹੀ ਹੈ ਨਾ। ਲੋਕ ਕਿੰਨੀ ਕੁ ਦੇਰ ਤੱਕ ਮਤਲਬ ਜਿਹੜਾ ਹੈਗਾ ਇਹਨਾਂ ਗੱਲਾਂ ਤੋਂ ਅੱਖਾਂ ਮੀਚੀ ਰੱਖਣਗੇ? ਸੋ ਆਖਰਕਾਰ ਤਾਂ ਨਤੀਜੇ ਜਿਹੜੇ ਹੈਗੇ ਉਹ ਲੋਕਾਂ ਦੇ ਸਾਹਮਣੇ ਆ ਰਹੇ ਨੇ। ਤੇ ਇਸ ਕਰਕੇ ਮਤਲਬ ਜਿਹੜੀਆਂ ਇਹ ਦੋਹਾਂ ਦਿਸ਼ਾਵਾਂ ਦੇ ਵਿੱਚ ਜਿਹੜਾ ਪ੍ਰਬੰਧ ਮੈਂ ਇਹ ਸਮਝਦਾ ਕਿ ਕਿਸੇ ਤਰੀਕੇ ਨਾਲ ਵੀ ਸਾਰਥਕ ਹੱਲ ਕਰਨ ਵਾਲੀ ਸੋਚ ਜਿਹੜੀ ਹੈ ਉਹ ਅੱਗੇ ਨਹੀਂ ਆ ਰਹੀ। ਇਹਨਾਂ ਮਸਲਿਆਂ ਨੂੰ ਜਿਵੇਂ ਇੱਕ ਮਤਲਬ ਛੋਟੇ ਭਾਗਾਂ ਦੇ ਵਿੱਚ ਵੰਡ ਕੇ ਔਰ ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ
ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਉੱਪਰ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੀ ਇੱਕ ਤਰ੍ਹਾਂ ਦੀ ਜਿਹਨੂੰ ਆਪਾਂ ਕਹਿ ਦਈਏ ਵੀ ਉਹ ਹਊਆ ਕ੍ਰੀਏਟ ਕੀਤਾ ਜਾਵੇ, ਨਾਲ ਉਹਨਾਂ ਗੱਲਾਂ ਨੂੰ ਮਤਲਬ ਇੰਪਲੀਮੈਂਟ ਕੀਤਾ ਜਾ ਰਿਹਾ। ਜਦ ਕਿ ਗੱਲ ਤਾਂ ਸਿੰਪਲ ਸੀ, ਕਿੱਡੀ ਕੁ ਗੱਲ ਸੀ। ਪਿਛਲੇ 15-20 ਸਾਲਾਂ ਤੋਂ ਇੱਕ ਰਿਸਰਚ ਆ ਰਹੀ ਹੈ ਸਾਹਮਣੇ ਕਿ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੇ ਨਾਲ ਧਰਤੀ ਹੇਠਲਾ ਪਾਣੀ ਜਿਹੜਾ ਹੈਗਾ ਬਹੁਤ ਡੂੰਘਾ ਚੱਲਿਆ ਜਾ ਰਿਹਾ। ਉਸ ਵੇਲੇ ਤੋਂ ਲੈ ਕੇ ਚਾਹੇ ਸਾਡੀ ਕਿਸੇ ਵੀ ਤਰ੍ਹਾਂ ਦੀ, ਚਾਹੇ ਅਕਾਲੀਆਂ ਦੀ ਸਰਕਾਰ ਸੀ, ਚਾਹੇ ਕਾਂਗਰਸ ਦੀ ਸਰਕਾਰ ਸੀ, ਚਾਹੇ ਹੁਣ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ, ਇੱਕ ਪਾਲਿਸੀ ਬਣਾਉਂਦੀ ਕਿ ਭਾਈ ਵਾਕਈ ਬਿਲਕੁਲ ਦਰੁਸਤ ਹੈ ਕਿ 60-70 ਲੱਖ ਟਿਊਬਵੈੱਲ 24 ਘੰਟੇ ਚੱਲੀ ਜਾਂਦਾ, ਪਾਣੀ ਤਾਂ ਥੱਲੇ ਜਾਣਾ ਹੀ ਹੈ। ਤੇ ਸਾਡਾ ਜਿਹੜਾ ਨਹਿਰੀ ਪਾਣੀ ਹੈਗਾ ਇਹਦੇ ਜੋ ਫੈਸਲੇ ਹੋਏ ਨੇ ਜਾਂ ਜੋ ਕੁਝ ਹੋਇਆ ਉਹਨਾਂ ਨੂੰ ਦੁਬਾਰਾ ਤੋਂ ਦੇਖਿਆ ਜਾਵੇ, ਨਜ਼ਰਸਾਨੀ ਕਰੀਏ, ਔਰ ਜਿੱਥੋਂ ਪਾਣੀ ਦਾ ਪ੍ਰਬੰਧ, ਨਹਿਰੀ ਪਾਣੀ ਦਾ ਕਿਵੇਂ ਸੁਚੱਜੀ ਵਰਤੋਂ, ਕਿਵੇਂ ਜਿਹੜਾ ਅਜੇ ਪਾਕਿਸਤਾਨ ਵਾਲੇ ਪਾਸੇ ਵੇਸਟ ਚੱਲਿਆ ਜਾ ਰਿਹਾ ਹੈ ਉਹਦੀ ਕਿਵੇਂ ਸੁਚੱਜੀ ਵਰਤੋਂ ਕਰ ਸਕਦੇ, ਹੋਰ ਕਿਵੇਂ ਕਰ ਸਕਦੇ ਆ, ਇਹਨਾਂ ਚੀਜ਼ਾਂ ਦੇ ਉੱਪਰ ਮਤਲਬ ਅਸੀਂ ਕੋਈ ਪਾਲਿਸੀ ਬਣਾਉਂਦੇ। ਔਰ ਉਸ ਵੇਲੇ ਦੀਆਂ ਸਰਕਾਰਾਂ ਤਾਂ ਜਿਹੜੀਆਂ ਉਹ ਸਾਨੂੰ ਦਰਸਾਈ ਤਾਂ ਇਹ ਜਾ ਰਹੀਆਂ ਸੀ, ਇੱਕ ਪਾਸੇ 60 ਲੱਖ ਟਿਊਬਵੈੱਲ ਚੱਲੀ ਜਾ ਰਿਹਾ 24 ਘੰਟੇ, ਉਹਦੇ ਵਾਸਤੇ ਬਿਜਲੀ ਵੀ ਬੇਸ਼ੱਕ ਸਾਨੂੰ ਫ੍ਰੀ ਕਰਕੇ ਦੇਤੀ, ਔਰ ਦੂਸਰੇ ਪਾਸੇ ਮੌਕੇ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਉਹ ਜਿਹੜੇ ਜਿਵੇਂ ਅਕਾਲੀ ਸਰਕਾਰ ਦੇ ਵਿੱਚ ਤੁਸੀਂ ਵੇਖਿਆ ਸੁਖਬੀਰ ਬਾਦਲ ਜੀ ਕਹਿੰਦੇ ਵੀ ਮੈਂ ਇਹੋ ਜਿਹੇ ਹਾਈਵੇ ਬਣਾ ਦੂੰਗਾ ਵੀ ਇੱਥੋਂ ਗੱਡੀ ਦੇ ਵਿੱਚ ਤੁਸੀਂ ਉਹਦੇ ਡੈਸ਼ਬੋਰਡ ਦੇ ਉੱਪਰ ਪੈਗ ਰੱਖ ਲਓਗੇ ਤੇ ਚੰਡੀਗੜ੍ਹ ਤੱਕ ਪੈਗ ਨਹੀਂ ਹਿਲਦਾ। ਸੋ ਮਤਲਬ ਇਹ ਕਿਹੜੀ ਰਾਜਨੀਤੀ ਸੀ ਜਿਹੜੀ ਸਾਨੂੰ ਦਿੱਤੀ ਜਾ ਰਹੀ ਸੀ। ਸੋ ਪਰ ਕਿਤੇ ਨਾ ਕਿਤੇ ਸਾਡੇ ਲੋਕ ਵੀ ਅਵੇਸ ਅਸੀਂ ਉਦੋਂ ਕਿਤੇ ਸੋਚਿਆ ਨਹੀਂ ਇਹਨਾਂ ਗੱਲਾਂ ਨੂੰ। ਹੁਣ ਲਾਸਟ ਤੇ ਪੰਜਾਬ ਦੇ ਲੋਕ ਇਹ ਕੰਕਰੀਟੀਕਰਨ ਨੂੰ ਰੋਕਣ ਤੱਕ ਹੀ ਸੀਮਤ ਰਹਿ ਜਾਣਗੇ ਜਾਂ ਆਉਣ ਵਾਲੇ ਪੰਜਾਬ ਦੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਇਹਨਾਂ ਪਾਣੀਆਂ ਨੂੰ ਵੀ ਬੰਨ ਮਾਰਨਗੇ, ਜਿਹੜਾ ਪਾਣੀ ਸਾਡਾ ਲੁੱਟਿਆ ਜਾ ਰਿਹਾ, ਪੰਜਾਬ ਨੂੰ ਬਰਬਾਦ ਕਰਨ ਦੀ ਨੀਅਤ ਦੇ ਨਾਲ ਜਿਹੜਾ ਗਵਾਂਢੀ ਸੂਬਿਆਂ ਨੂੰ ਸਾਡਾ ਪਾਣੀ ਦਿੱਤਾ ਜਾ ਰਿਹਾ। ਕੀ ਲੱਗ ਕੀ ਰਿਹਾ? ਜਿਵੇਂ ਤੁਸੀਂ ਕਿਹਾ ਕਿ 30-40 ਸਾਲ ਦੀ ਨੀਂਦ 'ਚੋਂ ਉੱਠੇ ਆ, ਹੁਣ ਨੀਂਦ 'ਚੋਂ ਉੱਠੇ ਲੋਕ ਕੰਕਰੀਟੀਕਰਨ ਤੱਕ ਸੀਮਤ ਹੋਣਗੇ ਜਾਂ ਉਹ ਪੰਜਾਬ ਦੇ ਲੋਕ ਇੱਕ ਦਿਨ ਇਹਨਾਂ ਪਾਣੀਆਂ ਨੂੰ ਬੰਨ ਵੀ ਮਾਰਨਗੇ, ਪੰਜਾਬ ਨੂੰ ਬਰਬਾਦ ਹੋਣ ਤੋਂ ਜ਼ਰੂਰ ਆਪਣਾ ਹੱਕ ਲੈ ਕੇ ਹਟਣ। ਦੇਖੋ ਇਹ ਤਾਂ ਦੁਨੀਆ ਦਾ ਦਸਤੂਰ ਹੈ ਕਿ ਆਪ ਪਿਆਸਾ ਰਹਿ ਕੇ ਕਿਸੇ ਨੂੰ ਦੂਸਰੇ ਤੱਕ ਮਤਲਬ ਜਿਹੜਾ ਹੈਗਾ ਨਾ, ਇਹ ਤਾਂ ਦੁਨੀਆ ਦਾ ਦਸਤੂਰ ਹੈ। ਇਹ ਤਾਂ ਡਾਰਵਨ ਦੀ ਥਿਊਰੀ ਵੀ ਕਹਿੰਦੀ ਹੈ। ਤੇ ਪੂਰੀ ਦੁਨੀਆ ਦੇ ਵਿੱਚ ਇਹ ਜਿਹੜੇ ਵੰਡ ਦੇ ਪ੍ਰਬੰਧ ਕੀਤੇ ਗਏ ਹੈ, ਕਾਨੂੰਨ ਹੈ, ਕਿਸੇ ਨੂੰ ਰਿਪੇਰੀਅਨ ਕਹਿ ਲਓ, ਕਿਸੇ ਨੂੰ ਦੂਸਰਾ ਬੇਸਨ, ਕਿਤੇ ਸੈਂਕੜੇ ਤਰ੍ਹਾਂ ਦੇ ਨਾਮ ਦਿੱਤੇ ਗਏ ਆ, ਪਰ ਕੋਈ ਕਾਨੂੰਨ ਵੀ ਇਹ ਨਹੀਂ ਕਹਿੰਦਾ ਕਿ ਜਿਹਦੇ ਕੋਲ ਦੀ ਲੰਘ ਕੇ ਆਉਂਦੀ ਚੀਜ਼ ਉਹ ਪਿਆਸਾ ਬੈਠਾ ਰਵੇ ਤੇ ਦੂਸਰੀਆਂ ਥਾਵਾਂ ਤੇ ਜਾ ਕੇ ਜਿੱਥੇ ਉਹਦੀ ਲੋੜ ਵੀ ਨਹੀਂ ਹੈਗੀ ਉੱਥੇ ਉਹਨੂੰ ਵਾਧੂ ਕਰ ਕਰਕੇ ਸੁੱਟਿਆ ਜਾਵੇ। ਇਹਨਾਂ ਨਹਿਰਾਂ ਦਾ ਪਾਣੀ ਸੂਰਤਗੜ੍ਹ ਤੱਕ ਇਹਨਾਂ ਟਿੱਬਿਆਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਗੋਂ ਉਲਟਾ ਉੱਥੇ ਸੇਮ ਕ੍ਰੀਏਟ ਕਰਤੀ, ਹੋਰ ਕਈ ਕੁਛ ਕਰਤਾ। ਕਿਹੜੀਆਂ ਪਾਲਿਸੀਆਂ ਦਾ ਰਿਜ਼ਲਟ ਸੀ ਇਹ? ਸੋ ਕੀ ਲੋਕ ਹੁਣ ਜਦੋਂ ਠੀਕ ਹੈ, ਇਸ ਤੋਂ ਪਹਿਲਾਂ ਜਦੋਂ ਨਵੇਂ ਟਿਊਬਵੈੱਲ ਲੱਗਣੇ ਸ਼ੁਰੂ ਹੋਏ ਸੀ ਲੋਕ ਅਵੇਸਲੇ ਹੋਏ ਸੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਬਟਨ ਨੱਪਿਆ ਨਾਲ ਸਾਨੂੰ ਉਸ ਤਰ੍ਹਾਂ ਦੀਆਂ ਫ੍ਰੀ ਦੀਆਂ ਬਿਜਲੀਆਂ ਦੇਤੀਆਂ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਇਸ ਮੁਕਾਮ ਤੇ ਪਹੁੰਚਾਇਆ ਇਸ ਸਿਸਟਮ ਨੇ। ਪਰ ਹੁਣ ਇਹ ਨਾ ਤਾਂ ਇਸ ਲੈਵਲ ਤੇ ਪਹੁੰਚਾਉਣ ਵਾਲੇ ਲੋਕਾਂ ਕੋਲੇ ਕੋਈ ਹੱਲ ਹੈ ਔਰ ਨਾ ਆਮ ਸੰਗਤ ਦੇ ਕੋਲੇ ਕੋਈ ਹੱਲ ਹੈ। ਹੁਣ ਇਹਦਾ ਹੱਲ ਜਿਹੜਾ ਹੈਗਾ ਇਹ ਤਾਂ ਲੋਕ ਕਰਨਗੇ। ਇਹ ਲੋਕਾਂ ਦੇ ਵਾਸਤੇ ਇੱਕ ਮਜਬੂਰੀ ਬਣ ਗਈ ਹੈ ਕਿ ਇਹ ਮਤਲਬ ਇਸ ਤਰੀਕੇ ਨਾਲ ਇਸ ਖਿੱਤੇ ਨੂੰ ਬੰਜਰ ਹੁੰਦਿਆਂ ਕਿਵੇਂ ਦੇਖ ਲੈਣਗੇ ਲੋਕ? ਕਿਉਂ ਨਹੀਂ ਇੱਥੋਂ ਦੀ, ਜਦੋਂ ਇੱਥੋਂ ਦਾ ਪਾਣੀ ਇੱਥੋਂ ਵਾਸਤੇ ਵਰਤਣਾ, ਇਹ ਕਿਤੇ ਵੀ ਪੂਰੀ ਦੁਨੀਆ ਦੇ ਵਿੱਚ ਕਿਸੇ ਦੇ ਅੱਗੇ ਵੀ, ਕਿਸੇ ਵੀ ਕੋਈ ਦਾਨਸ਼ਮੰਦ ਲੋਕਾਂ ਦੇ ਅੱਗੇ ਇਹ ਗੱਲ ਰੱਖ ਲਓ, ਕੌਣ ਕਹੂਗਾ ਕਿ ਇਹ ਗੱਲ ਗਲਤ ਹੈ? ਸੋ ਭਾਈ ਇਹਨਾਂ ਨੂੰ, ਇਸ ਪ੍ਰਬੰਧ ਨੂੰ ਇੱਥੋਂ ਤੱਕ ਲੈ ਕੇ ਜਾਣ ਵਾਲੇ ਲੋਕਾਂ ਨੂੰ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਕਿ ਇਹਦੇ ਤੇ ਨਜ਼ਰਸਾਨੀ ਕਰੋ, ਇਹਦੇ ਤੇ ਵਿਚਾਰ ਕਰੋ, ਅੱਜ ਦੇ ਹਾਲਾਤਾਂ ਦੇ ਮੁਤਾਬਕ ਕਰੋ। ਜੇਕਰ ਪਿਛਲੇ ਲੰਬੇ ਸਮਿਆਂ ਦੇ ਵਿੱਚ ਕੋਈ ਉਹਨਾਂ ਵੇਲਿਆਂ ਦੇ ਵਿੱਚ ਕੋਈ ਫੈਸਲੇ ਹੋ ਗਏ ਨੇ, ਉਹਨਾਂ ਨੂੰ ਵੀ ਵਿਚਾਰਨਾ ਜਿਹੜਾ ਹੈਗਾ ਉਹ ਵੀ ਬਣਦਾ ਹੈ ਔਰ ਉਹਦੇ ਤੇ ਵਿਚਾਰ ਕਰੋ ਅੱਜ ਦੀਆਂ ਜ਼ਰੂਰਤਾਂ ਦੇ ਮੁਤਾਬਕ, ਅੱਜ ਦੀਆਂ ਲੋੜਾਂ ਦੇ ਮੁਤਾਬਕ। ਕਿਸੇ ਨੂੰ ਸਗੋਂ ਇਹਨਾਂ ਗੱਲਾਂ ਦੇ ਰਾਹੀਂ ਕੋਈ ਰਾਜਸਥਾਨ ਵਰਸਸ ਪੰਜਾਬ, ਹਰਿਆਣਾ ਵਰਸਸ ਪੰਜਾਬ, ਇਹ ਚੀਜ਼ਾਂ ਨਾ ਉਕਰੋ। ਫੈਸਲਿਆਂ ਨੂੰ ਦੇਖੋ, ਪ੍ਰਾਇਓਰਟੀ ਦੇ ਆਧਾਰ ਤੇ, ਮਹੱਤਤਾ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਦੇਖੋ ਔਰ ਉਹਨਾਂ ਤੇ ਨਜ਼ਰਸਾਨੀ ਕਰੋ। ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਜੇ ਸਰਕਾਰਾਂ ਕਰ ਲੈਣਗੀਆਂ ਤਾਂ ਬਹੁਤ ਬਿਹਤਰ ਹੈ, ਤੇ ਨਹੀਂ ਲੋਕ ਤਾਂ ਫਿਰ ਕਰ ਹੀ ਲੈਂਦੇ। ਲੋਕਾਂ ਅਖੀਰ ਤੇ ਕੀ ਸਰਕਾਰ ਤੋਂ ਉਮੀਦ ਹੈ ਵੀ ਸੌਖੇ ਜਿਹੇ ਢੰਗ ਦੇ ਨਾਲ ਸਰਕਾਰ ਆਮ ਆਦਮੀ ਪਾਰਟੀ ਦੀ ਮੰਨ ਜਾਏਗੀ ਇਸ ਚੀਜ਼ ਨੂੰ, ਕਿਤੇ ਨਾ ਕਿਤੇ ਸਹਿਯੋਗੀ ਬਣੇਗੀ ਪੰਜਾਬ ਦੇ ਪਾਣੀਆਂ ਵਾਸਤੇ? ਸੁਖਵੰਤ ਜੀ ਇਹ ਤਾਂ ਨਾ ਮਤਲਬ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ, ਇਹ ਵੇਖੋ ਤੁਸੀਂ ਅਕਸਰ ਵੇਖਿਆ ਹੋਣਾ ਹੈ ਕਿ ਜੇਕਰ ਨੀਤਾਂ ਦੇ ਵਿੱਚ ਖੋਟ ਹੁੰਦਾ ਹੈ
ਫਿਰ ਤਾਂ ਉਹਦੇ ਬੜੀਆਂ ਬਹਾਨੇਬਾਜ਼ੀਆਂ ਹੁੰਦੀਆਂ, ਆਹ ਕੇਂਦਰ ਦਾ ਮਸਲਾ ਹੈ, ਆਹ ਸਟੇਟ ਗਵਰਨਮੈਂਟ ਦਾ ਹੈ, ਆਹ ਫਲਾਣੇ ਵਿਭਾਗ ਦਾ ਹੈ, ਆਹ ਫਲਾਣੇ ਸੂਬੇ ਨਾਲ ਸੰਬੰਧਿਤ ਹੈ, ਆਹ ਦੂਜੇ ਨਾਲ, ਫਿਰ ਤਾਂ ਬਹਾਨੇਬਾਜ਼ੀਆਂ ਬਹੁਤ ਹੈਗੀਆਂ। ਪਰ ਜੇਕਰ ਮਤਲਬ ਖਾਸ ਤੌਰ ਤੇ ਜਿਹੜੀ ਹੁਣ ਅੱਜ ਦੀ ਪੰਜਾਬ ਸਰਕਾਰ ਹੈ, ਜਦੋਂ ਉਹ ਐਡੇ ਐਡੇ ਵੱਡੇ ਦਾਅਵੇ, ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਵਾਅਦੇ ਕੀਤੇ ਨੇ, ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੇ ਕੋਈ ਗਲਤ ਕੀਤੇ ਆ, ਮੈਂ ਕਹਿੰਦਾ ਕਿ ਉਹਨਾਂ ਨੂੰ, ਕਿਉਂਕਿ ਉਹ ਸਾਰੇ ਸਧਾਰਨ ਲੋਕ ਨੇ, ਉਹ ਰਾਜਨੀਤਿਕ ਮਾਹੌਲ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਇੱਕ ਵੱਖਰੀ ਕਲਾਸ ਦੇ ਕੋਲੇ ਰਾਜਨੀਤੀ ਪਈ ਸੀਗੀ, ਉਸ ਕਲਾਸ ਦੇ ਵਿੱਚੋਂ ਵੱਖਰੀ ਇਹ ਆਮ ਕਲਾਸ ਦੇ ਵਿੱਚੋਂ ਗਏ ਹੋਏ ਲੋਕ ਨੇ। ਲੋਕ ਵੀ ਕਿਤੇ ਨਾ ਕਿਤੇ ਸਮਝਦੇ ਸੀਗੇ ਕਿ ਜਿਹੜੀ ਉਹ ਕਲਾਸ ਜਿਹੜੀ ਵਾਰ-ਵਾਰ ਰਾਜਨੀਤੀ ਦੀ ਪ੍ਰੈਕਟਿਸ ਕਰ ਰਹੀ ਹੈ ਨਾ, ਉਹ ਕਲਾਸ ਹੀ ਵੱਖਰੀ ਹੈ, ਉਹਨਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ, ਔਰ ਉਹਦੀ ਅਦਲ ਬਦਲ ਕਰਤੀ। ਹੁਣ ਜੇਕਰ ਇਸ ਕਲਾਸ ਦੇ ਵਿੱਚੋਂ ਗਏ ਹੋਏ ਲੋਕ ਵੀ ਜੇ ਬਹਾਨੇਬਾਜ਼ੀਆਂ ਕਰਨਗੇ ਤਾਂ ਫਿਰ ਲੋਕਾਂ ਨੂੰ ਕੀ ਹੱਲ ਹੈ? ਫਿਰ ਤਾਂ ਲੋਕ ਆਪਣੇ ਆਪ ਹੀ ਹੱਲ ਕਰਨਗੇ, ਮੇਰੇ ਖਿਆਲ ਦੇ ਵਿੱਚ ਇਹ ਹੈ। ਪਰ ਉਮੀਦ ਵੀ ਕਰਦੇ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਮਤਲਬ ਇਹ ਆਮ ਘਰਾਂ ਦੇ ਧੀਆਂ ਪੁੱਤ ਨੇ, ਔਰ ਇਹਨਾਂ ਨੂੰ ਪਤਾ ਹੈ ਦਰਪੇਸ਼ ਸਮੱਸਿਆਵਾਂ ਦਾ ਪਤਾ ਹੈ, ਔਰ ਉਹ ਕਿਤੇ ਨਾ ਕਿਤੇ ਜੇ ਅਜੇ ਮਤਲਬ ਬਚੇ ਹੈ ਤੇ ਬਚੇ ਰਹਿਣ, ਤਾਂ ਇਹਨਾਂ ਮਸਲਿਆਂ ਦੇ ਉੱਤੇ ਜਿਹੜਾ ਹੈ ਨਾ ਸੁਹਿਰਦਤਾ ਦੇ ਨਾਲ ਸੋਚਣਾ ਚਾਹੀਦਾ, ਮੇਰੇ ਖਿਆਲ 'ਚ ਤਾਂ। ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਡਾਕਟਰ ਸਾਹਿਬ ਜੀ। ਸੰਗਤ ਜੀ, ਤੁਸੀਂ ਵਿਚਾਰ ਸੁਣ ਲੈ ਨੇ ਡਾਕਟਰ ਹਰਿੰਦਰ ਸਿੰਘ ਜੀ ਜੀਰਾ ਸਪਸ਼ਟ ਰੂਪ ਦੇ ਅੰਦਰ ਦੱਸਿਆ ਵੀ ਮੋਰਚਾ ਲੱਗੇਗਾ, ਪਾਣੀਆਂ ਦੇ ਵਾਸਤੇ ਸੰਘਰਸ਼ ਕਰਨਾ ਪਏਗਾ। ਇਹ ਹਰ ਇੱਕ ਦਾ ਫਰਜ਼ ਹੈ ਵੀ ਹਰ ਇੱਕ ਨੂੰ ਘਰ ਦੇ ਵਿੱਚੋਂ ਉੱਠ ਕੇ ਇਸ ਫੈਸਲੇ ਦੇ ਨਾਲ ਤੁਰਨਾ ਪਏਗਾ, ਕਿਉਂਕਿ ਪਾਣੀ ਇੱਕ ਇਨਸਾਨ ਦਾ, ਇੱਕ ਜ਼ਿਮੀਂਦਾਰ ਖਿੱਤੇ ਦਾ ਨਹੀਂ ਹੈ। ਇਹ ਪਾਣੀ ਜਿਹੜਾ ਆ ਜਨ ਜੀਵਨ ਵਾਸਤੇ ਹੈ, ਭਾਵ ਕਿ ਹਰੇਕ ਵਾਸਤੇ ਹੈ। ਇੱਥੇ ਇੱਕ ਮਜ਼ਹਬ ਵਾਸਤੇ ਨਹੀਂ ਹੈ, ਇਕੱਲੇ ਸਿੱਖਾਂ ਵਾਸਤੇ ਨਹੀਂ, ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰਿਆਂ ਵਾਸਤੇ ਹੈ। ਗੁਰੂ ਸਾਹਿਬ ਨੇ ਪਾਵਨ ਬਾਣੀ ਵਿੱਚ ਵੀ ਕਿਹਾ ਸੀ, ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਪਾਣੀ ਹੈ ਤੇ ਮਨੁੱਖ ਹੈ, ਜਨ ਜੀਵਨ ਹੈ। ਜੇ ਪਾਣੀ ਨਹੀਂ ਹੈ ਤੇ ਦੁਨੀਆ ਦੇ ਵਿੱਚ ਕੁਝ ਵੀ ਚੀਜ਼ ਜੀਵਤ ਨਹੀਂ ਹੈ। ਸੋ ਇਸ ਵਾਸਤੇ ਪੰਜਾਬ ਦਾ ਨਾਮ ਹੀ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੀ, 5 ਦਰਿਆਵਾਂ ਤੋਂ ਪਾਣੀਆਂ ਦੇ ਕਰਕੇ ਪੰਜਾਬ ਪਿਆ। ਉਸ ਵਕਤ ਵੀ ਸੰਘਰਸ਼ ਬੜਾ ਕਰਨਾ ਪਿਆ। ਤੁਸੀਂ ਸਾਰਾ ਕੁਝ ਪੜ੍ਹਿਆ ਤੇ ਸੁਣਿਆ। ਅੱਜ ਥੋੜੀ ਜੀ ਸਾਨੂੰ ਵੀ ਲੋੜ ਹੈ, ਜਾਗਣ ਦੀ ਲੋੜ ਹੈ। ਅਸੀਂ ਇਸ ਮੋਰਚੇ ਦਾ ਹਿੱਸਾ ਵੀ ਬਣਨਾ ਤੇ ਨਾਲ ਨਾਲ ਕਿਰਪਾ ਕਰਕੇ ਜਿਹੜੇ ਆਪਣੇ ਘਰਾਂ ਦੇ ਵਿੱਚ ਐਵੇਂ ਦਾ ਕੰਮ ਕਰਦੇ ਆ, ਟੂਟੀ ਛੱਡ ਕੇ ਰੱਖਦੇ ਆ, ਪਾਣੀ ਚੱਲਦਾ ਰਹਿੰਦਾ, ਮੋਟਰ ਦੀ ਪਾਈਪ ਮੋਟਰ ਛੱਡ ਦਿੰਦੇ ਆ, ਜਿਨ੍ਹਾਂ ਦੇ ਕੋਲ ਤਾਂ ਹੈ ਪਾਣੀ ਦਾ ਵਹਾਅ ਨਜ਼ਦੀਕ ਹੁੰਦਾ, ਤੇ ਅਕਸਰ ਦੇਖੀਦਾ ਸੀ, ਅਕਸਰ ਇਹ ਕੁਝ ਦੇਖਣ ਨੂੰ ਮਿਲਦਾ ਵੀ ਉਹ ਪਾਣੀ ਵਾਲਾ ਜਿਹੜਾ ਟੁੱਲੂ ਪੰਪ ਚੱਲਦਾ ਰਹਿੰਦਾ, ਮੋਟਰ ਚੱਲਦੀ ਰਹਿੰਦੀ ਹੈ ਤੇ ਪਾਣੀ ਉਸ ਵਹਿਣ ਦੇ ਵਿੱਚ ਵਹਿੰਦਾ ਰਹਿੰਦਾ। ਸੋ ਜਿਹੜੇ ਇਸ ਮੋਰਚੇ ਦਾ ਹਿੱਸਾ ਨਹੀਂ ਬਣ ਗਏ, ਅਪੀਲ ਤਾਂ ਕਰਾਂਗੇ ਵੀ ਸਾਰੇ ਇਸ ਮੋਰਚੇ ਦਾ ਹਿੱਸਾ ਬਣਿਆ ਜੇ, ਪਰ ਜਿਹੜੇ ਨਹੀਂ ਪਹੁੰਚ ਸਕਦੇ, ਸਾਡੀਆਂ ਭੈਣਾਂ ਮਾਤਾਵਾਂ ਵੀ ਇਸ ਵੀਡੀਓ ਨੂੰ ਦੇਖਦੀਆਂ, ਬਹੁਤ ਲੋਕ ਦੇਖਦੇ ਆ, ਇਸ ਵੀਡੀਓ ਨੂੰ ਵਾਇਰਲ ਕਰਿਆ ਜੇ, ਸ਼ੇਅਰ ਕਰਿਆ ਜੇ, ਤਾਂ ਕਿ ਇਹ ਅਪੀਲ ਉਹਨਾਂ ਲੋਕਾਂ ਤੱਕ ਪਹੁੰਚੇ ਵੀ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਵੀ ਤੁਸੀਂ ਪਾਣੀ ਦਾ ਬਚਾਅ ਕਰ ਸਕਦੇ, ਪੰਜਾਬ ਦੇ ਵਾਸਤੇ ਹਾਂ ਦਾ ਨਾਰਾ ਮਾਰ ਸਕਦੇ। ਦੂਜੀ ਗੱਲ ਜਿਹੜੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਸਰਕਾਰ ਨੂੰ ਵੀ ਕਹਿ ਦੇਣਾ ਚਾਹੁੰਦੇ ਕਿ ਜਦੋਂ ਜਿਵੇਂ ਗੰਗ ਕਨਾਲ ਦਾ ਜ਼ਿਕਰ ਹੋਇਆ ਸੀ, ਜਦੋਂ ਗੰਗ ਕਨਾਲ ਦੀ ਖੁਦਾਈ ਕੀਤੀ ਗਈ ਸੀ, ਉਹ ਰਾਜਸਥਾਨ ਦੇ ਕੁਝ ਹਿੱਸੇ ਨੂੰ ਖੇਤੀ ਦੇ ਕਾਬਲ ਕਰਨ ਦੇ ਲਈ, ਖੇਤੀ ਦੇ ਯੋਗ ਕਰਨ ਦੇ ਲਈ ਕੀਤੀ ਗਈ ਸੀ। ਉਸ ਸਮੇਂ ਪੈਸੇ ਵੀ ਦਿੱਤੇ ਜਾਂਦੇ ਸੀ, ਰੈਲਟੀ ਵੀ ਦਿੱਤੀ ਜਾਂਦੀ ਸੀ। ਜੇ ਦੂਜੀ ਗੱਲ ਕਰ ਲਈਏ ਤਾਂ ਪੰਜਾਬ ਦੇ ਲੋਕਾਂ ਦਾ ਕਨਸੈਪਟ, ਕੋਈ ਵੀ ਇੱਥੇ ਜਾਤ ਪਾਤ ਦੇ ਉੱਪਰ ਉੱਠ ਕੇ ਗੱਲ ਕਰੀਏ, ਸਾਡਾ ਕਨਸੈਪਟ ਸਰਬੱਤ ਦੇ ਭਲੇ ਦਾ ਹੈਗਾ। ਅਸੀਂ ਪਾਣੀ ਰਾਜਸਥਾਨ ਨੂੰ ਬੜਾ ਦਿੱਤਾ ਹੈ, ਲੰਮੇ ਸਮੇਂ ਤੋਂ ਹਜ਼ਾਰਾਂ ਲੱਖਾਂ ਗਿਣਤੀ ਦੇ ਵਿੱਚ, ਜਿਹੜੇ ਲੀਟਰਾਂ ਦੀ ਗਿਣਤੀ ਦੇ ਵਿੱਚ ਪਾਣੀ ਹਰ ਮਿੰਟ ਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ। ਪਰ ਹੁਣ ਜਦੋਂ ਸਾਡੇ ਕੋਲ ਪਾਣੀ ਹੈ ਹੀ ਨਹੀਂ, ਜਦੋਂ ਸਾਡੇ ਬੱਚੇ, ਆਉਣ ਵਾਲਾ ਭਵਿੱਖ ਸਾਡਾ ਪਾਣੀ ਤੋਂ ਜੇ ਆਪਾਂ ਕਹਿ ਲਈਏ ਵਿਹੂਣਾ ਰਹਿਣ ਵਾਲਾ ਹੈ, ਤਾਂ ਅਜਿਹੀ ਸਥਿਤੀ ਦੇ ਵਿੱਚ ਪਾਣੀ ਹੋਰ ਸੂਬਿਆਂ ਨੂੰ ਦੇਣਾ ਸਾਡੇ ਲਈ ਬਹੁਤ ਮੁਸ਼ਕਲ ਹੈ। ਸਰਕਾਰਾਂ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਇਹ ਲੋਕਾਂ ਨੂੰ, ਇਸ ਮੌਜੂਦਾ ਸਰਕਾਰ ਦੇ ਲੋਕਾਂ ਨੂੰ ਲੱਗਿਆ ਸੀਗਾ ਕਿ ਵੱਖਰੀ ਕਲਾਸ ਆ, ਤੇ ਜਿਹਦੇ ਉੱਤੋਂ ਆਸ ਜ਼ਿਆਦਾ ਹੁੰਦੀ ਹੈ ਤੇ ਲੋਕ ਉਹਦੇ ਤੋਂ ਨਿਰਾਸ਼ ਵੀ ਫਿਰ ਜ਼ਿਆਦਾ ਹੁੰਦੇ ਆ। ਆਸ ਤੇ ਨਿਰਾਸ਼ ਦਾ ਵੀ ਇੱਕ ਗੂੜਾ ਰਿਸ਼ਤਾ ਹੈ। ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਰਕਾਰ ਜੀ, ਹੁਣ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦਾ ਵੇਲਾ ਹੈ, ਹੁਣ ਪੰਜਾਬ ਨੂੰ ਬਚਾਉਣ ਦਾ ਵੇਲਾ ਹੈ। ਜਿਵੇਂ ਤੁਸੀਂ ਕਹਿੰਦੇ ਰਹੇ ਹੋ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ, ਅੱਜ ਪੰਜਾਬ ਨੂੰ ਵਾਕਿਆ ਰੰਗਲਾ ਪੰਜਾਬ ਬਣਾਉਣ ਦਾ ਵੇਲਾ ਹੈ। ਤੁਸੀਂ ਉਹਨਾਂ ਕੁਰਸੀਆਂ ਦੇ ਉੱਤੇ ਬੈਠੇ ਹੋਏ ਹੋ, ਤੁਹਾਡੇ ਹੱਥਾਂ ਦੇ ਵਿੱਚ ਉਹ ਕਲਮਾਂ ਆ ਗਈਆਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਪੰਜਾਬ ਦਾ ਭਵਿੱਖ ਸਵਾਰ ਸਕਦੇ ਹੋ। ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਇਸ ਤਰੀਕੇ ਦੇ ਮੋਰਚੇ ਨਾ ਲਾਉਣੇ ਪੈਣ, ਪੰਜਾਬ ਦੇ ਲੋਕਾਂ ਨੂੰ ਲੰਮੇ ਸਮੇਂ ਦੇ ਲਈ ਸੜਕਾਂ ਦੇ ਉੱਤੇ ਨਾ ਰੁਲਣਾ ਪਵੇ। ਤੁਸੀਂ ਸੁਹਿਰਦ ਹੋਵੋ,
ਪੰਜਾਬ ਦੇ ਪਾਣੀਆਂ ਦੇ ਪ੍ਰਤੀ, ਪੰਜਾਬ ਦੇ ਲੋਕਾਂ ਦੇ ਪ੍ਰਤੀ, ਪੰਜਾਬ ਦੀ ਆਵਾਮ ਦੇ ਪ੍ਰਤੀ। ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਫਤਿਹ ਦੀ ਸਾਂਝ ਪਾਉਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।